So good morning to all. Myself Rakesh Dalla from Government ITI Mohali under Department of Technical Education and Industrial Training Punjab. So today my topic ਅੱਜ ਦਾ ਜਿਹੜਾ ਮੇਰਾ topic ਹੈਗਾ that is introduction of quality concept. Start ਕਰਦੇ ਹਾਂ. So subject ਹੈਗਾ employability skills ਜਿਹਦਾ ਮੈਂ ਅੱਜ topic ਤੁਹਾਡੇ ਨਾਲ share ਕਰਨਾ ਸਾਰਿਆਂ ਦੇ ਨਾਲ. ਕੁਆਲਿਟੀ ਮੈਨੇਜਮੈਂਟ ਚੈਪਟਰ ਦਾ ਨਾਮ ਆ ਤੁਹਾਡੀ ਇੰਪਲੋਏਬਿਲਟੀ ਸਕਿੱਲਸ ਦਾ ਇਹ ਚੈਪਟਰ ਹੈਗਾ ਆ ਕੁਆਲਿਟੀ ਮੈਨੇਜਮੈਂਟ। ਸੋ ਪਹਿਲੇ ਅਸੀਂ ਇਹ ਸਾਰੇ ਜਣੇ ਡਿਸਕਸ ਕਰ ਲਈਏ ਕਿ ਇਹ ਟੌਪਿਕ ਪੜ੍ਹਨ ਤੋਂ ਬਾਅਦ ਜਿਹੜਾ ਅਸੀਂ ਅੱਜ ਡਿਸਕਸ ਕਰਨਾ ਆ ਸਟੂਡੈਂਟਸ ਨੂੰ ਕੀ ਪਤਾ ਲੱਗੇਗਾ, स्टूडेंट्स ਇਹਦੇ ਲਰਨਿੰਗ ਆਬਜੈਕਟਿਵ ਕੀ ਨੇ, ਜਦੋਂ ਇਹ ਚੈਪਟਰ ਖਤਮ ਹੋ ਜਾਏਗਾ ਤੁਹਾਨੂੰ ਕੀ ਸਮਝ ਆਏਗਾ। ਸਭ ਤੋਂ ਪਹਿਲਾਂ ਐਕਸਪਲੇਨ ਦੀ ਮੀਨਿੰਗ ਆਫ ਕੁਆਲਿਟੀ ਐਂਡ ਇਟਸ ਇੰਪੈਕਟ। ਕੁਆਲਿਟੀ ਦਾ ਇੰਡਸਟਰੀ ਦੇ ਵਿੱਚ ਮੀਨਿੰਗ ਕੀ ਹੈਗਾ ਆ ਔਰ ਉਹਦੇ ਇੰਪੈਕਟ ਕੀ ਹੈਗੇ ਆ, ਇਹ ਸਮਝ ਆਏਗਾ ਤੁਹਾਨੂੰ। ਦੈਨ ਅੰਡਰਸਟੈਂਡਿੰਗ ਦੀ ਨੀਡ ਆਫ ਕੁਆਲਿਟੀ, ਕੁਆਲਿਟੀ ਦੀ ਇੰਡਸਟਰੀ ਦੇ ਵਿੱਚ ਨੀਡ ਕੀ ਹੈ, ਜ਼ਰੂਰਤ ਕੀ ਹੈ, ਇਹ ਸਮਝ ਆਏਗਾ। Explain the role of quality to fulfill organizational goal। ਜਿਹੜੇ ਵੀ organizational industry ਦੇ ਰੋਲ ਹੁੰਦੇ ਨੇ ਉਹਨੂੰ fulfill ਕਰਨ ਦੇ ਵਿੱਚ quality ਦਾ ਕੀ ਰੋਲ ਹੈਗਾ ਆ। Dimensions of quality, dimensions of quality means measures of quality, ਵੀ customer quality ਨੂੰ ਕਿਹੜੇ ਤਰੀਕੇ ਦੇ ਨਾਲ ਨਾਪਦਾ, measure ਕਿਹੜੇ ਤਰੀਕੇ ਦੇ ਨਾਲ ਕਰਦਾ ਹੈ। So next is describe the characteristics of quality of design। characteristics of design ਕੀ ਹੈਗੇ ਆ ਇਹ ਡਿਸਕਸ ਕਰਾਂਗੇ। ਅੰਡਰਸਟੈਂਡ ਦੀ ਇੰਪੋਰਟੈਂਸ ਆਫ ਕੁਆਲਿਟੀ ਟੂਲਸ। ਇੰਡਸਟਰੀ ਦੇ ਵਿੱਚ ਕਈ ਤਰ੍ਹਾਂ ਦੇ ਅਸੀਂ ਕੁਆਲਿਟੀ ਟੂਲਸ ਯੂਜ਼ ਕਰਦੇ ਹਾਂ, ਉਹਨਾਂ ਦੀ ਵਰਤੋਂ ਕਿਹੜੇ ਤਰੀਕੇ ਦੇ ਨਾਲ ਕਰਨੀ ਹੈ, ਉਹ ਕੁਆਲਿਟੀ ਟੂਲਸ ਕੀ ਹੁੰਦੇ ਨੇ, ਇਹ ਆਪਾਂ ਅੰਡਰਸਟੈਂਡ ਕਰਨੇ ਨੇ। ਅੱਜ ਦਾ ਜਿਹੜਾ ਮੇਰਾ ਟੌਪਿਕ ਹੈਗਾ ਆ ਉਹਦੇ ਲਰਨਿੰਗ ਆਬਜੈਕਟਿਵਸ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਨੇ। ਨੰਬਰ 1 ਮੀਨਿੰਗ ਆਫ ਕੁਆਲਿਟੀ। ਐਂਡ ਦੇ ਵਿੱਚ ਜਿਹੜੇ ਟੌਪਿਕ ਖਤਮ ਹੋਏਗਾ ਯੂ ਵਿਲ ਬੀ ਏਬਲ ਟੂ ਐਕਸਪਲੇਨ ਦੀ ਮੀਨਿੰਗ ਆਫ ਕੁਆਲਿਟੀ, ਕੁਆਲਿਟੀ ਦਾ ਮਤਲਬ ਕੀ ਹੈਗਾ ਔਰ ਉਹਦੇ ਇੰਪੈਕਟ ਕੀ ਹੈਗੇ, ਇਹ ਅੰਡਰਸਟੈਂਡ ਕਰਾਂਗੇ। ਨੀਡ ਆਫ ਕੁਆਲਿਟੀ, ਕੁਆਲਿਟੀ ਦੀ ਜ਼ਰੂਰਤ ਕਿਉਂ ਪਈ, ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਕੁਆਲਿਟੀ ਦੇ ਕੀ ਰੋਲ ਹੈਗੇ ਆ, ਡਾਇਮੈਂਸ਼ਨਸ ਆਫ ਕੁਆਲਿਟੀਜ਼ ਕੀ ਹੈਗੀਆਂ ਨੇ, ਐਂਡ ਕਰੈਕਟਰਿਸਟਿਕਸ ਆਫ ਕੁਆਲਿਟੀ ਡਿਜ਼ਾਈਨ ਕੀ ਹੈਗੇ ਆ, ਔਰ ਕੁਆਲਿਟੀ ਟੂਲਸ ਕੀ ਹੈਗੇ, ਇਹ ਅਸੀਂ ਅੱਜ ਦੇ ਟੌਪਿਕ ਦੇ ਵਿੱਚ ਸਾਰਾ ਡਿਸਕਸ ਕਰਨਾ। ਸੋ ਲੈਟਸ ਸਟਾਰਟ। ਸੋ ਜਿਹੜਾ ਸਭ ਤੋਂ ਪਹਿਲਾਂ ਅੱਗੇ ਚੱਲਣ ਤੋਂ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ ਕਿ ਕੁਆਲਿਟੀ ਹੈ ਕੀ ਆ। ਸੋ ਮੈਂ ਇੱਥੇ ਮੈਂ ਇੱਥੇ ਐਕਸਪਲੇਨ ਕੀਤੀਆਂ ਹੋਈਆਂ 4-5 ਡੈਫੀਨੇਸ਼ਨਸ। ਸਭ ਤੋਂ ਪਹਿਲਾਂ ਡਾਕਟਰ JM ਜ਼ੁਰਾਨ ਕੀ ਕਹਿੰਦੇ ਆ, ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼। ਸੈਕਿੰਡ ਮੈਂ ਲਿਖਿਆ ਐਡਵਰਡ ਡੈਮਿੰਗ ਕਹਿੰਦੇ ਨੇ ਕਸਟਮਰਸ ਸੈਟਿਸਫੈਕਸ਼ਨ। ਫਿਲਿਪਸ ਕ੍ਰੌਸਬਾਈ ਕਹਿੰਦੇ ਨੇ ਟੂ ਫੁਲਫਿਲ ਕਸਟਮਰਸ ਰਿਕੁਆਇਰਮੈਂਟ। ਤੇ ਆਕਸਫੋਰਡ ਦੇ ਵਿੱਚ ਜਿਹੜਾ ਕੁਆਲਿਟੀ ਨੂੰ ਐਕਸਪਲੇਨ ਕੀਤਾ ਡਿਗਰੀ ਆਫ ਐਕਸੀਲੈਂਸ ਦੇ ਹਿਸਾਬ ਨਾਲ। ਹੁਣ ਇਹ 4 ਡੈਫੀਨੇਸ਼ਨਸ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ। 1 ਇਜ਼ ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼, ਕਸਟਮਰਸ ਸੈਟਿਸਫੈਕਸ਼ਨ, ਟੂ ਫੁਲਫਿਲ ਕਸਟਮਰਸ ਰਿਕੁਆਇਰਮੈਂਟ, ਡਿਗਰੀ ਆਫ ਐਕਸੀਲੈਂਸ। ਇਹ 4 ਚੀਜ਼ਾਂ ਨੂੰ ਮੈਂ ਤੁਹਾਡੇ ਨਾਲ ਜਿਹੜੀਆਂ ਡੈਫੀਨੇਸ਼ਨਸ ਨੂੰ ਸ਼ੇਅਰ ਕੀਤਾ। ਹੁਣ ਮੈਂ ਜਿਹੜੀਆਂ ਇਹ 4 ਡੈਫੀਨੇਸ਼ਨਸ ਨੇ ਉਹਨਾਂ ਨੂੰ ਇੱਕ ਐਗਜ਼ਾਮਪਲ ਦੇ ਨਾਲ ਐਕਸਪਲੇਨ ਕਰਾਂਗਾ। ਇਹ ਡੈਫੀਨੇਸ਼ਨ ਨੂੰ ਮੈਂ ਜਸਟੀਫਾਈ ਕਰਨ ਲੱਗਾ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਕੁਆਲਿਟੀ ਗੁਰੂਜ਼ ਸੀ, ਇਹ 4 ਕੁਆਲਿਟੀ ਗੁਰੂਜ਼ ਨੇ, JM ਜ਼ੁਰਾਨ, ਐਡਵਰਡ ਡੈਮਿੰਗ, ਫਿਲਿਪਸ ਕ੍ਰੌਸਬਾਈ ਐਂਡ ਆਕਸਫੋਰਡ ਦੇ ਵਿੱਚ ਜਿਹੜੇ ਵੀ ਗੱਲਾਂ ਕੀਤੀਆਂ ਨੇ। ਇਹ 3 ਕੁਆਲਿਟੀ ਗੁਰੂਜ਼ ਦੇ ਨਾਮ ਤੁਸੀਂ ਸਟੂਡੈਂਟਸ ਸਾਰੇ ਯਾਦ ਰੱਖਣੇ ਨੇ, JM ਜ਼ੁਰਾਨ, ਐਡਵਰਡ ਡੈਮਿੰਗ, ਫਿਲਿਪਸ ਕ੍ਰੌਸਬਾਈ। ਹੁਣ ਤਿੰਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਕੁਆਲਿਟੀ ਨੂੰ ਡਿਫਾਈਨ ਕੀਤਾ ਆ। ਮੈਂ ਇੱਕ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇਹ ਕਨਸੈਪਟ ਕਲੀਅਰ ਕਰਾਂਗਾ ਕਿ ਮੇਰੀ ਐਗਜ਼ਾਮਪਲ ਦੇ ਨਾਲ ਇਹ ਜਿਹੜੀਆਂ ਡੈਫੀਨੇਸ਼ਨਸ ਨੇ ਜਸਟੀਫਾਈ ਕਿਵੇਂ ਹੁੰਦੀਆਂ। ਸੋ ਇੱਕ ਵਾਰ ਮੈਂ ਕਿਸੇ 2 ਪਰਸਨੈਲਿਟੀ 2 ਸ਼ਖਸੀਅਤ ਨੂੰ ਕੋਈ ਗਿਫਟ ਕਰਨੇ ਸੀਗੇ ਪੈਨ। ਇੱਕ ਉਹਨਾਂ ਦੇ ਵਿੱਚੋਂ ਰਾਈਟਰ ਹੈਗੇ ਸੀਗੇ, ਦੂਸਰੇ ਸੀਗੇ ਕੋਈ ਹਾਇਰ ਆਫਿਸਰਸ। ਮੈਂ ਚਾਹਿਆ ਕਿ ਉਹਨਾਂ ਨੂੰ ਪੈਨ ਗਿਫਟ ਕੀਤੇ ਜਾਣ। ਮੈਂ ਮਾਰਕੀਟ ਦੇ ਵਿੱਚ ਪੈਨ ਬਾਏ ਕਰਨ ਚਲ ਗਿਆ। ਜਦੋਂ ਮਾਰਕੀਟ ਦੇ ਵਿੱਚੋਂ ਪੈਨ ਮੈਂ ਬਾਏ ਕਰਨ ਲੱਗਾ ਤੇ ਦੇਖਿਆ ਪੈਨਾਂ ਦੀ ਤਾਂ ਰੇਂਜ ਬਹੁਤ ਜ਼ਿਆਦਾ। ਸੋ ਪੈਨ ਜਿਹੜੇ ਹੈਗੇ ਆ ਦੈਟ ਆਰ ਸਟਾਰਟਿੰਗ ਫਰੋਮ ਦੀ 10 ਰੁਪਏ ਦਾ ਵੀ ਹੈ, 20 ਰੁਪਏ ਦਾ, 50 ਰੁਪਏ ਦਾ, 100 ਰੁਪਏ ਦਾ, 500 ਰੁਪਏ ਦਾ, 700 ਰੁਪਏ ਦਾ ਵੀ ਪੈਨ ਉੱਥੇ ਅਵੇਲੇਬਲ ਆ। ਸੋ ਮੈਂ ਕੀ ਕੀਤਾ, ਮੈਂ 2 ਪੈਨ ਖਰੀਦ ਲਏ।
एक 50-60 रुपए वाला पेन खरीद लिया, दूसरा मैं पेन खरीद लिया 500 रुपए वाला। सो सब तो पहला मैं अपने ਜਿਹੜਾ ਮੇਰਾ ਨੋਨ ਸੀਗਾ ਰਾਈਟਰ ਉਹਦੇ ਕੋਲ ਚਲੇ ਗਿਆ। ਮੈਂ ਸੋਚਿਆ ਕਿ ਰਾਈਟਰ ਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਮੇਰਾ ਪੈਨ, ਮਹਿੰਗੇ ਵਾਲਾ ਪੈਨ ਇਹਨਾਂ ਨੂੰ ਦੇ ਦੇਣਾ ਕਿਉਂਕਿ ਇਹਨਾਂ ਨੂੰ ਲਿਖਣ ਦੀ ਜ਼ਰੂਰਤ ਪੈਂਦੀ ਹੈ। ਮੈਂ 500 रुपए ਵਾਲਾ ਪੈਨ ਰਾਈਟਰ ਨੂੰ ਦੇ ਦਿੱਤਾ। ਉਸ ਤੋਂ ਬਾਅਦ ਮੈਂ ਜਿਹੜੇ ਮੇਰੇ ਆਫੀਸਰ ਸੀਗੇ ਉਹਨਾਂ ਦੇ ਕੋਲ ਚਲੇ ਗਿਆ, ਉਹਨਾਂ ਨੂੰ ਜਾ ਕੇ ਮੈਂ ਜਿਹੜਾ 50 रुपए ਵਾਲਾ ਪੈਨ ਖਰੀਦਿਆ ਸੀ ਉਹਨਾਂ ਨੂੰ ਮੈਂ 50 रुपए ਵਾਲਾ ਪੈਨ ਦੇ ਦਿੱਤਾ। ਸੋ ਮੈਂ ਵਾਪਿਸ ਆ ਗਿਆ। ਜਦੋਂ ਮੈਂ ਵਾਪਿਸ ਆ ਗਿਆ ਤਾਂ ਥੋੜੇ ਦਿਨਾਂ ਬਾਅਦ ਮੈਂ ਸੋਚਿਆ ਵੀ ਪੁੱਛਿਆ ਜਾਵੇ ਕਿ ਉਹ ਪੈਨ ਦੇ ਉਹਨਾਂ ਨੂੰ ਪਸੰਦ ਆਇਆ ਜਾਂ ਨਹੀਂ ਆਇਆ। ਸਭ ਤੋਂ ਪਹਿਲਾਂ ਮੈਂ ਰਾਈਟਰ ਦੇ ਕੋਲ ਗਿਆ। ਰਾਈਟਰ ਕੋਲ ਜਾ ਕੇ ਮੈਂ ਪੁੱਛਿਆ ਜੀ ਮੈਂ ਤੁਹਾਨੂੰ ਪੈਨ ਦਿੱਤਾ ਸੀ ਕਿਵੇਂ ਦਾ ਲੱਗਾ। ਰਾਈਟਰ ਮੈਨੂੰ ਕਹਿੰਦੇ ਜੀ ਆਹ ਤਾਂ ਪੈਨ ਕੁਛ ਨਹੀਂ ਜੀ, ਤੁਸੀਂ ਤਾਂ ਮੈਨੂੰ ਪੈਨ ਵਧੀਆ ਨਹੀਂ ਦਿੱਤਾ, ਇਹਦਾ ਫਲੋ ਨਹੀਂ ਵਧੀਆ, ਇਹਦੀ ਗ੍ਰਿਪ ਨਹੀਂ ਵਧੀਆ, ਮੈਂ ਤਾਂ ਰੋਜ਼ 100-150 ਪੇਜ ਲਿਖਣਾ ਹੁੰਦਾ, ਮੇਰੇ ਕੋਲ ਤਾਂ ਲਿਖਿਆ ਨਹੀਂ ਜਾਂਦਾ, ਇਹ ਪੈਨ ਨਹੀਂ ਮੈਨੂੰ ਪਸੰਦ ਆਇਆ। ਮੈਂ ਕੀ ਕੀਤਾ, ਮੈਂ ਰਾਈਟਰ ਕੋਲੋਂ ਇਹ ਪੈਨ ਲੈ ਲਿਆ। ਮੈਂ ਆਫੀਸਰ ਕੋਲ ਚਲੇ ਗਿਆ। ਉਸ ਤੋਂ ਬਾਅਦ ਆਫੀਸਰ ਨੂੰ ਜਾ ਕੇ ਮੈਂ ਪੁੱਛਿਆ ਵੀ ਸਰ ਤੁਹਾਨੂੰ ਪੈਨ ਮੇਰਾ ਕਿਵੇਂ ਦਾ ਲੱਗਾ। ਉਹ ਕਹਿੰਦੇ ਪੈਨ ਦਾ ਤੇਰਾ ਯਾਰ ਪਾਕਟ ਤੇ ਲੱਗਿਆ ਤਾਂ ਚੰਗਾ ਨਹੀਂ ਲੱਗਦਾ ਪਿਆ, ਉਹ ਤਾਂ ਸ਼ੋਭਾ ਹੀ ਨਹੀਂ ਦਿੰਦਾ ਪਿਆ, ਮੈਨੂੰ ਤਾਂ ਪੈਨ ਉਹ ਚਾਹੀਦਾ ਸੀਗਾ ਜਿਹੜੀ ਮੇਰੀ ਪਾਕਟ ਤੇ ਲੱਗਾ ਚੰਗਾ ਲੱਗੇ। ਸੋ ਮੈਂ ਅਪਸੈਟ ਹੋ ਗਿਆ। ਮੈਂ ਉਹਨਾਂ ਕੋਲੋਂ ਵੀ ਆਪਣਾ ਪੈਨ ਜਿਹੜਾ ਵਾਪਿਸ ਲੈ ਲਿਆ। ਹੁਣ ਮੇਰੇ ਇੱਕਦਮ ਦਿਮਾਗ 'ਚ ਆਇਆ ਵੀ ਮੈਂ ਰਾਈਟਰ ਕੋਲੋਂ ਜਿਹੜਾ ਪੈਨ ਲਿਆ ਉਹਦੀ ਬਿਊਟੀ ਬਹੁਤ ਜ਼ਿਆਦਾ, ਉਹ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਪਿਆ। ਮੈਂ ਕੀ ਕੀਤਾ, ਆਫੀਸਰ ਨੂੰ ਰਾਈਟਰ ਵਾਲਾ ਪੈਨ ਹੈਂਡਓਵਰ ਕਰਤਾ ਜੀ ਇਹ ਪੈਨ ਲੈ ਲਓ। ਜਿੱਦਾਂ ਹੀ ਉਹ ਰਾਈਟਰ ਨੇ ਆਪਣੇ ਆਈਐਸ ਆਫੀਸਰ ਨੇ ਪੈਨ ਨੂੰ ਹੱਥ ਦੇ ਵਿੱਚ ਫੜਿਆ, ਇੱਕਦਮ ਉਹਦੀ ਜਿਹੜੀ ਖੁਸ਼ੀ ਸੀਗੀ ਉਹ ਜ਼ਾਹਰ ਨਹੀਂ ਹੋਈ। ਉਹਨੇ ਕਿਹਾ ਤਾਂ ਪੈਨ ਹੀ ਬਹੁਤ ਸੋਹਣਾ, ਮੈਂ ਪਾਕਟ ਤੇ ਲਗਾਵਾਂਗਾ, ਮੈਨੂੰ ਸੋਹਣਾ ਬਹੁਤ ਲੱਗੇਗਾ ਕਿਉਂਕਿ ਦਿਨ ਦੇ ਵਿੱਚ ਮੈਂ ਤਾਂ ਸਾਈਨ ਕਰਨੇ ਹੁੰਦੇ ਆ। ਪੈਨ ਮੈਨੂੰ ਇਦਾਂ ਦਾ ਚਾਹੀਦਾ ਸੀ ਜਿਹੜਾ ਪਾਕਟ ਦੇ ਲੱਗਾ ਹੋਇਆ ਸ਼ੋਭਾ ਦੇਵੇ। ਮੈਂ ਸਸਤੇ ਵਾਲਾ ਪੈਨ ਉਹਨਾਂ ਕੋਲੋਂ ਲੈ ਲਿਆ 50 रुपए ਵਾਲਾ। ਮੈਂ ਰਾਈਟਰ ਕੋਲ ਦੁਬਾਰਾ ਚਲੇ ਗਿਆ। ਮੈਂ ਰਾਈਟਰ ਨੂੰ ਜਾ ਕੇ ਉਹ ਪੈਨ ਜਿਹੜਾ ਸੀ 50-60 रुपए ਵਾਲਾ ਮੈਂ ਦੇ ਦਿੱਤਾ। ਹੁਣ ਜਿੱਦਾਂ ਹੀ ਮੈਂ ਰਾਈਟਰ ਨੂੰ ਪੈਨ ਦਿੱਤਾ, ਰਾਈਟਰ ਨੇ ਲਿਖਣਾ ਸ਼ੁਰੂ ਕੀਤਾ ਤੇ ਉਹਨੂੰ ਬਹੁਤ ਜ਼ਿਆਦਾ ਪਸੰਦ ਆਇਆ ਐਂਡ ਹੀ ਵਾਸ ਵੈਰੀ ਹੈਪੀ ਕਿ ਇਹ ਤਾਂ ਜੀ ਮਜ਼ਾ ਆ ਗਿਆ ਪੈਨ ਦਾ। ਹੁਣ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਡਿਸਕਸ ਕੀਤੀਆਂ ਨੇ, ਦੇਖੋ ਦੋ ਨੇ, ਇੱਕ ਰਾਈਟਰ ਹੈਗਾ ਐਂਡ ਸੈਕਿੰਡ ਇਜ਼ ਆਫੀਸਰ। ਦੋਨਾਂ ਦੀਆਂ ਰਿਕੁਆਇਰਮੈਂਟਸ ਵੱਖਰੀਆਂ ਵੱਖਰੀਆਂ। ਪਹਿਲੇ ਨੰਬਰ ਤੇ ਜਦੋਂ ਮੈਂ ਉਹਨਾਂ ਨੂੰ ਗਿਫਟ ਦਿੱਤਾ ਸੀ, ਉਹਨਾਂ ਦੀਆਂ ਰਿਕੁਆਇਰਮੈਂਟਸ ਉਹਨਾਂ ਦੀ ਇੱਛਾ ਤੋਂ ਅਗੇਂਸਟ ਦਿੱਤਾ ਸੀ, ਉਹ ਸੈਟੀਸਫਾਈਡ ਨਹੀਂ ਹੋਏ। ਜੇ ਉਹ ਸੈਟੀਸਫਾਈਡ ਨਹੀਂ ਹੋਏ ਤੇ ਉਹ ਖੁਸ਼ ਨਹੀਂ ਹੋਏ। ਮੈਂ ਕਿਉਂ ਨਹੀਂ ਖੁਸ਼ ਹੋਏ, ਉਹਨਾਂ ਦੀ ਰਿਕੁਆਇਰਮੈਂਟ ਫੁੱਲਫਿਲ ਨਹੀਂ ਹੋਈ ਸੀ। ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਉਹਨਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪੈਨ ਦਿੱਤਾ। ਆਈਐਸ ਆਫੀਸਰ ਨੂੰ ਵਧੀਆ ਲੱਗਣ ਵਾਲਾ ਜਿਹੜਾ ਪਾਕਟ ਤੇ ਲੱਗਿਆ ਚੰਗਾ ਲੱਗਿਆ ਹੋਵੇ, ਔਰ ਜਿਹੜੇ ਦੂਸਰੇ ਨੇ ਮੇਰੇ ਜਿਹੜਾ ਰਾਈਟਰ ਸੀ ਉਹਨਾਂ ਨੂੰ ਮੈਂ ਦੇ ਦਿੱਤਾ ਵੀ ਜਿਹੜਾ ਪੈਨ ਦਾ ਫਲੋ ਚੰਗਾ, ਉਹਦਾ ਗ੍ਰਿਪ ਚੰਗੀ ਆ, ਜ਼ਿਆਦਾ ਵਧੀਆ ਲਿਖਦਾ, ਫਿੰਗਰ ਤੇ ਪੇਨ ਨਹੀਂ ਕਰਦਾ। ਹੁਣ ਦੋਨੇ ਜਾਣੇ ਖੁਸ਼ ਹੋ ਗਏ। ਸੋ ਇਹ ਚਾਰ ਜਿਹੜੀਆਂ ਡੈਫੀਨੇਸ਼ਨਸ ਮੈਂ ਉੱਤੇ ਲਿਖੀਆਂ ਹੋਈਆਂ ਆ, ਜਿਵੇਂ ਜੇਮ ਜ਼ੁਰਾਨ ਕੀ ਕਹਿੰਦੇ, ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼। ਫਿਟਨੈਸ ਟੂ ਕੀ ਯੂਜ਼ ਹੈ, ਉਹ ਚੀਜ਼ ਜਿਹੜੀ ਸਾਨੂੰ ਫਿਟ ਕਰਦੀ ਪਈ ਆ। ਹੁਣ ਦੇਖੋ ਆਈਏ ਜਿਹੜੇ ਆਫੀਸਰ ਨੂੰ ਆਪਣਾ ਚੀਜ਼ ਪੈਨ ਪਸੰਦ ਆਇਆ, ਰਾਈਟਰ ਨੂੰ ਆਪਣਾ ਪੈਨ ਪਸੰਦ ਆਇਆ। ਕਸਟਮਰ ਸੈਟੀਸਫੈਕਸ਼ਨ ਦੇਖੋ, ਦੋਨੋਂ ਜਾਣੇ ਹੁਣ ਮੈਂ ਸੈਟੀਸਫਾਈਡ ਕਰ ਦਿੱਤੇ। ਟੂ ਫੁਲਫਿਲ ਕਸਟਮਰਸ ਰਿਕੁਆਇਰਮੈਂਟ, ਕਸਟਮਰ ਦੀਆਂ ਰਿਕੁਆਇਰਮੈਂਟ ਨੂੰ ਫੁਲਫਿਲ ਕਰਨਾ, ਰਾਈਟ। ਡਿਗਰੀ ਆਫ ਐਕਸਲੈਂਸ, ਹੁਣ ਜਿਹੜੀ ਡਿਗਰੀ ਆਫ ਐਕਸਲੈਂਸ ਆ ਉਹ ਇਹ ਆ ਕਿ ਮੈਂ ਆਪਣੇ ਤਰੀਕੇ ਦਾ ਨਾਲ ਕਿਹੜੀ ਚੀਜ਼ ਨੂੰ ਐਕਸਲੈਂਟ ਕਹਿਣਾ ਪਿਆ। ਮੈਂ ਕਿਹਨੂੰ ਐਕਸਲੈਂਟ ਕਹਿਣਾ, ਜੋ ਮੈਨੂੰ ਪਸੰਦ ਆ, ਜੋ ਮੇਰੀ ਰਿਕੁਆਇਰਮੈਂਟ ਆ, ਮੇਰੇ ਲਈ ਐਕਸਲੈਂਟ ਆ, ਮੇਰੇ ਲਈ ਡਿਗਰੀ ਆਫ ਐਕਸਲੈਂਸ ਆ। ਸੋ ਜੇ ਬੇਸਿਕਲੀ ਦੇਖਿਆ ਜਾਵੇ, ਇਹ ਜਿਹੜੀਆਂ ਚਾਰ ਡੈਫੀਨੇਸ਼ਨਸ ਮੈਂ ਡਿਸਕਸ ਕੀਤੀਆਂ ਨੇ ਤੁਹਾਨੂੰ, ਇਹਨਾਂ ਦਾ ਮੀਨਿੰਗ ਜਿਹੜਾ ਹੈਗਾ ਆ ਉਹ ਐਂਡ ਰਿਜ਼ਲਟ ਇੱਕੋ ਹੀ ਆ। ਉਹ ਕੀ ਹੈਗਾ, ਕਸਟਮਰ ਨੂੰ ਸੈਟੀਸਫਾਈ ਕਰਨਾ। ਸੋ ਜਦੋਂ ਤੁਸੀਂ ਜਾ ਕੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਪਏ ਹੋ, ਇਸ ਕਲਾਸ ਦੇ ਵਿੱਚ ਮੇਰੇ ਨਾਲ ਕਾਫੀ ਬੱਚੇ ਜੁੜੇ ਹੋਏ ਆ, ਕਾਫੀ ਟੀਚਰਸ ਜੁੜੇ ਹੋਏ ਆ, ਕੁਝ ਅਦਰ ਸਟੇਟਸ ਦੇ ਟੀਚਰਸ ਵੀ ਜੁੜੇ ਹੋਏ ਨੇ। ਸੋ ਮੈਂ ਸਟੂਡੈਂਟਸ ਕਰਕੇ ਬਾਰ-ਬਾਰ ਗੱਲ ਕਰਾਂਗਾ। ਮੇਰੇ ਜਿਹੜੇ ਸਟੂਡੈਂਟਸ ਵੀ ਅਟੈਂਡ ਕਰਦੇ ਉਹਨਾਂ ਦੇ ਲਈ ਖਾਸ ਕਰਕੇ, ਕਿਉਂਕਿ ਉਹਨਾਂ ਨੇ ਆਪਣੀ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਇੰਡਸਟਰੀ ਦੇ ਵਿੱਚ ਜਾ ਕੇ ਜੁਆਇਨ ਕਰਨਾ ਆ। ਇੰਡਸਟਰੀ ਦੇ ਵਿੱਚ ਕੁਆਲਿਟੀ ਕਨਸੈਪਟ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਅਨਲੈਸ ਔਰ ਅੰਟਿਲ ਤੁਸੀਂ ਕੁਆਲਿਟੀ ਨੂੰ ਅੰਡਰਸਟੈਂਡ ਨਹੀਂ ਕਰਦੇ, ਕਸਟਮਰ ਦੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਨਹੀਂ ਕਰਦੇ, ਉਹਨਾਂ ਤੱਕ ਜਿੱਥੇ ਵੀ ਤੁਸੀਂ ਕੰਮ ਕਰਦੇ ਪਏ ਹੋ ਉੱਥੇ ਨਾ ਤਾਂ ਤੁਸੀਂ ਇੰਪਲੋਇਰ ਨੂੰ ਸੈਟੀਸਫਾਈ ਕਰ ਸਕਦੇ ਹੋ। ਜੇ ਇੰਪਲੋਇਰ ਸੈਟੀਸਫਾਈ ਨਹੀਂ ਹੈ, ਆਬਵੀਅਸ ਜਿਹੜਾ ਉਹਨੂੰ ਕਿਉਂ ਨਹੀਂ ਸੈਟੀਸਫਾਈਡ ਤੁਹਾਡੇ ਕੋਲ, ਕਿਉਂਕਿ ਕਸਟਮਰ ਉਹਦੇ ਕੋਲੋਂ ਸੈਟੀਸਫਾਈ ਨਹੀਂ ਹੁੰਦੇ ਪਏ। ਟੂ ਸੈਟੀਸਫਾਈ ਦੀ ਕਸਟਮਰ, ਟੂ ਫੁੱਲਫਿਲ ਦੀ ਕਸਟਮਰ's requirement, quality is very important. That is the major role of the quality. So ਤੇ ਚਾਰ ਤਰੀਕੇ ਦੇ ਨਾਲ ਮੈਂ ਐਕਸਪਲੇਨ ਕੀਤਾ। ਹੁਣ ਪੇਪਰ ਦੇ ਵਿੱਚ ਕਿਵੇਂ ਆਉਂਦਾ, ਪੇਪਰ 'ਚ ਤੁਹਾਨੂੰ ਆਏਗਾ which of the following is the definition of quality.
ਜਾਂ ਹਾਊ ਕੁਆਲਿਟੀ ਇਜ਼ ਡਿਫਾਈਨਡ ਜਾਂ ਕੁਆਲਿਟੀ ਇਜ਼, ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਡੈਫੀਨੇਸ਼ਨ ਤੁਹਾਨੂੰ ਆ ਸਕਦੀ ਹੈ। ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼, ਕਸਟਮਰਸ ਸੈਟਿਸਫੈਕਸ਼ਨ, ਟੂ ਫੁਲਫਿਲ ਕਸਟਮਰਸ ਰਿਕੁਆਇਰਮੈਂਟ, ਡਿਗਰੀ ਆਫ ਐਕਸਲੈਂਸ। ਤੁਸੀਂ ਕੋਈ ਵੀ ਜਿਹੜੀ ਵੀ ਇਹਦੇ ਚੋਂ ਤੁਹਾਡੀ ਆਪਸ਼ਨ ਆਉਂਦੀ ਹੈ ਉਹ ਤੁਸੀਂ ਚੂਜ਼ ਕਰਨੀ। ਹੋ ਸਕਦਾ ਤੁਹਾਡੀਆਂ ਤਿੰਨੋਂ ਆਪਸ਼ਨ ਇਹਨਾਂ ਚੋਂ ਆ ਜਾਣ, ਥੱਲੇ ਆਪਸ਼ਨ ਆ ਜਾਏ ਆਲ ਆਫ ਅਬਵ, then you have to choose ਕਿ all of above okay। ਤੇ ਇਹ ਜਿਹੜੀਆਂ ਇਸ ਤਰੀਕੇ ਨਾਲ ਵੀ ਆ ਸਕਦਾ ਤੁਹਾਨੂੰ ਕੁਐਸਚਨ, ਇਸ ਤਰੀਕੇ ਨਾਲ ਵੀ ਆ ਸਕਦਾ ਕਿ ਡਾਕਟਰ JM ਜ਼ੁਰਾਨ ਨੇ ਕੁਆਲਿਟੀ ਨੂੰ ਕਿਹੜੇ ਤਰੀਕੇ ਨਾਲ ਡਿਫਾਈਨ ਕੀਤਾ ਹੈ। ਉਹਨਾਂ ਚੋਂ ਆਪਸ਼ਨਸ ਆਣਗੀਆਂ ਜਿਵੇਂ ਕਸਟਮਰ ਸੈਟਿਸਫੈਕਸ਼ਨ ਆ ਗਿਆ, ਟੂ ਫੁਲਫਿਲ ਕਸਟਮਰਸ ਰਿਕੁਆਇਰਮੈਂਟ ਹੋ ਗਿਆ, ਕੁਆਲਿਟੀ ਇਜ਼ ਫਿਟਨੈਸ ਟੂ ਯੂਜ਼ ਹੋ ਗਿਆ। ਤੁਸੀਂ ਜੋ JM ਜ਼ੁਰਾਨ ਨੇ ਕਿਹਾ ਹੈ ਉਹ ਚੀਜ਼, ਉਹ ਡੈਫੀਨੇਸ਼ਨ ਨੂੰ ਤੁਸੀਂ ਚੂਜ਼ ਕਰਕੇ ਉਹਦੀ ਆਪਸ਼ਨ ਦੇਣੀ। So this is very important। दो तीन क्वेश्चन भी मैं थोड़े ना डिस्कस कर लिया। JM ਜ਼ੁਰਾਨ, ਐਡਵਰਡ ਬਰਡ, ਡੈਮਿੰਗ ਐਂਡ ਫਿਲਿਪ क्रॉसबाई ਜਿਹੜੇ ਹੈਗੇ ਆ ਇਹ ਕੁਆਲਿਟੀ ਗੁਰੂਜ਼ ਦੇ ਨਾਮ ਤੇ ਜਾਣੇ ਜਾਂਦੇ ਆ, ਰਾਈਟ। ਹੁਣ ਅਸੀਂ ਅੱਗੇ ਦੇਖਣਾ, ਇੱਕ ਰੈੱਡ ਕਲਰ 'ਚ ਮੈਂ ਲਿਖਿਆ ਹੋਇਆ, ਮੇਰਾ ਪੁਆਇੰਟਰ ਬਹੁਤਾ ਕੰਮ ਨਹੀਂ ਕਰਦਾ ਪਿਆ, ਜਿਵੇਂ ਪੁਆਇੰਟਰ ਤੇ ਕੰਮ ਕਰਦਾ ਤਾਂ ਸਲਾਈਡ ਅਗਲੀ ਚਲੀ ਜਾਂਦੀ ਹੈ। ਸੋ ਯੂ ਹੈਵ ਟੂ ਸੀ ਕਿ ਮੈਂ ਨੀਚੇ ਰੈੱਡ ਪੈਨ ਨਾਲ ਲਿਖਿਆ ਹੋਇਆ ISO ਡਿਫਾਈਨਡ ਕੁਆਲਿਟੀ ਐਜ਼। ਹੁਣ ਆਪਾਂ ਪਹਿਲਾਂ ਟਰਮ डिस्कस करिए ISO की है। ISO की हैगा इंटरनेशनल ऑर्गेनाइजेशन फॉर स्टैंडर्डाइजेशन। फिलहाल तुसी ये टर्म दा नू एलैबोरेट करके इनू एक्सपैंड करके ही ਇਹਦਾ मीनिंग ਨੂੰ अंडरस्टैंड करना। इसे चैप्टर ਦੇ ਵਿੱਚ ਅੱਗੇ ਜਾ ਕੇ मैं ISO ਨੂੰ बहुत ज़्यादा एलैबोरेट करके ਤੁਹਾਨੂੰ ਦੱਸਾਂਗਾ कि ये ISO है ਕੀ ਹੈ। सो कुछ स्टूडेंट ਜਾਂ कुछ पार्टिसिपेंट्स हैंड रेज कर रहे हैं। चैप्टर कंप्लीट करन तो बाद, टॉपिक कंप्लीट करन तो बाद असी सारियां क्वेरीज लवांगे 10-15 मिनट पहले, फिर सारियां दी जिन्नियां भी क्वेरीज हैगियां प्लीज नोट डाउन कर दो, आपां सारियां क्लीयर करांगे। अगे चलदे हां असी। सो ISO डिफाइंड क्वालिटी एज, ISO इंटरनेशनल ऑर्गेनाइजेशन फॉर स्टैंडर्डाइजेशन, मैं दस्सिया भी इनू अगे जाके मैं डिटेल दे विच एक्सप्लेन करांगा कि ISO की हैगा, इहदी रिक्वायरमेंट की हैगी आ, इंडस्ट्री दे विच रोल की हैगा और असी ISO ਨੂੰ किस तरीके नाल सर्टिफाई करवाना अपनी इंडस्ट्री में। सो फिलहाल आप लैके चलते हैं कि ISO अपने क्वालिटी ਨੂੰ डिफाइन कितना करता। हुण मैं लिखा हुआ Q इज इक्वल टू P ओवर E, ये मैं डिफाइन किया है। क्वालिटी इज इक्वल टू परफॉर्मेंस ओवर एक्सपैक्टेशंस। जदों भी असी कोई मटीरियल खरीदना, कोई भी चीज़ मार्केट दे विचों खरीदनी है तो साडियां कुछ एक्सपैक्टेशंस हुंदियां कि मैनू चीज़ इदां दी चाहिदी है। हुण से मैं कोई मोबाइल खरीदना आ, मेरी इच्छा ये आ कि मैं 10,000 का मोबाइल खरीदा जिहदा जिहड़ा कैमरा हैगा आ वो जां 20 मैगापिक्सल का होवे जां इस तो ज़्यादा होवे, अगे भी कैमरा होवे, पिछे 2 कैमरे होण, इदां दी मेरी रिक्वायरमेंट होगी। और जो दी GB जिहड़ी हैगी आ वो से 128 GB का मेरे कोल होवे, 10,000 के विच आ जाए। मैं मार्केट के विचों 10,000 का मोबाइल फोन खरीदन चले गया। मैं जिले 10,000 का मोबाइल फोन खरीदिया, जो मैं सोचिया सी, हुण सोचिया कि सी ओदा जिहड़ा कैमरा हैगा आ, अगे एक कैमरा होवे, पिछे 2 कैमरे होण, ओदे इन्ने मैगापिक्सल होण। मैं देखिया कि 10,000 दे विच मैनू ज़्यादा मैगापिक्सल कैमरे का जिहड़ा मोबाइल मिल गया और जिहड़ा GB मैं 128 GB सोच के बैठा सीगा वो मैनू 512 MB का मैनू फोन मिल गया। हुण मेरी जिहड़ी बेसिकली एक्सपैक्टेशन सी उहदे तो परफॉर्मेंस मेरी ज़्यादा आ गई। हुण फार्मूला की है Q इज इक्वल टू P ओवर E। परफॉर्मेंस की है से आपां एग्जाम्पल लैके चलते हैं, सिर्फ ओहदी मैमरी कितनी है। से मैं 28 डिमांड किया सीगा, मैनू मिल गया 256। और Q इज इक्वल टू 256 होगी परफॉर्मेंस होगी और एक्सपैक्टेशंस होगी 128। जे मैं 256 नू 128 दे नाल डिवाइड करा तो मेरा जिहड़ा आंसर हैगा आ वो 2 आ जाएगा। नीचे लिखा इफ Q इज ग्रेटर दैन 1 then customer has good feeling of quality। जे जिहड़ा Q दी वैल्यू 1 तो ज़्यादा आ जाए इहदा मतलब आ कस्टमर नूं ये महसूस होएगा कि ये क्वालिटी मैनू वधिया मिल गई। सो ISO डिफाइन करदा Q इज इक्वल टू P ओवर E, परफॉर्मेंस ओवर एक्सपैक्टेशंस। परफॉर्मेंस जिहदे जो साडी सोच आ, जो असी सोच के चले हुए हैं, जो साडियां एक्सपैक्टेशंस हैगियां,
जे ਉਹਦੇ ਨਾਲੋਂ ਜ਼ਿਆਦਾ ਪਰਫਾਰਮੈਂਸ ਨਿਕਲ ਆਂਦੀ ਆ ਤੇ Q ਦੀ ਵੈਲਿਊ ਜਿਹੜੀ ਆ ਉਹ 1 ਤੋਂ ਜ਼ਿਆਦਾ ਵੱਧ ਜਾਏਗੀ। ਜਦੋਂ Q ਦੀ ਵੈਲਿਊ 1 ਤੋਂ ਜ਼ਿਆਦਾ ਵੱਧ ਗਈ ਇਹਦਾ ਮਤਲਬ ਉਹ ਫੀਲਿੰਗ ਆਏਗੀ ਕਸਟਮਰ ਦੇ ਵਿੱਚ ਕਿ ਮੈਂ ਇੱਕ ਅੱਛਾ ਕੁਆਲਿਟੀ ਪ੍ਰੋਡਕਟ ਖਰੀਦ ਲਿਆ। ਸੋ ਪੇਪਰ ਦੇ ਵਿੱਚ ਆ ਜਾਂਦਾ ਕਈ ਵਾਰੀ ਹਾਊ ISO defined the quality, Q is equal to P over EA रिलेशन आ जाएगा, ਤੁਹਾਨੂੰ ਜਸਟੀਫਾਈ ਕਰਨਾ ਉਲਟ ਕਰਕੇ ਵੀ ਆ ਜਾਏਗਾ, ਹੋ ਸਕਦਾ Q is equal to E over P ਆ ਜਾਵੇ, P is equal to P over Q ਆ ਜਾਵੇ। ਇਹ ਵੀ ਪੁੱਛਿਆ ਜਾ ਸਕਦਾ ਕਿ here P stands for what, E stands for what, P stands for performance, E stands for expectations। ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਇਹ ਮੇਰਾ ਖਿਆਲ ਹੈ ਵੀ ਤੁਹਾਨੂੰ ਜਿਹੜੀ ਡੈਫੀਨੇਸ਼ਨਸ ਹੈਗੀਆਂ ਉਹ ਚੰਗੀ ਤਰ੍ਹਾਂ ਕਲੀਅਰ ਹੋ ਗਈਆਂ ਹੋਣਗੀਆਂ। ਕੁਆਲਿਟੀ ਗੁਰੂਜ਼ ਦੇ ਨੇਮ ਕਲੀਅਰ ਹੋ ਗਏ ਹੋਣਗੇ। ISO ਕਿਵੇਂ ਡਿਫਾਈਨ ਕਰਦਾ ਪਿਆ ਕੁਆਲਿਟੀ ਨੂੰ, ਇਹ ਗੱਲਾਂ ਜ਼ਰੂਰ ਕਲੀਅਰ ਹੋ ਗਈਆਂ ਹੋਣਗੀਆਂ। ਇਹ ਸਾਰੇ ਸਟੂਡੈਂਟਸ ਜਿਹੜੇ ਮੇਰੇ ਖਾਸ ਕਰਕੇ ਬੈਠੇ ਨੇ ਉਹਨਾਂ ਨੇ ਜ਼ਰੂਰ ਇਹਨਾਂ ਚੀਜ਼ਾਂ ਨੂੰ ਯਾਦ ਕਰਨਾ, ਬਹੁਤ ਇੰਪੋਰਟੈਂਟ ਹੈ। ਨੈਕਸਟ, ਕੁਆਲਿਟੀ ਦੀ ਜ਼ਰੂਰਤ ਕਿਉਂ? ਕੁਆਲਿਟੀ ਦੀ ਜ਼ਰੂਰਤ ਹੈਗੀ ਟੂ ਕੰਪੀਟ ਗਲੋਬਲ ਮਾਰਕੀਟ। ਗਲੋਬਲ ਮਾਰਕੀਟ ਨੂੰ ਕੰਪੀਟ, ਹੁਣ ਗਲੋਬਲ ਮਾਰਕੀਟ ਕੀ, ਇਹ ਫੈਸ਼ਨ ਖਤਮ ਹੋ ਗਿਆ ਕਿ ਜਿਹੜਾ ਕੋਈ ਇੰਡਸਟਰੀ ਪ੍ਰੋਡਕਟ ਤਿਆਰ ਕਰਦੀ ਪਈ ਆ ਉਹ ਸਿਰਫ ਲੋਕਲੀ ਸੇਲ ਕਰੀ ਜਾਣਾ, ਇਦਾਂ ਦਾ ਫੈਸ਼ਨ ਖਤਮ ਹੋ ਗਿਆ। ਨੋ, ਅੱਜ ਦੇ ਦਿਨ ਦੇ ਵਿੱਚ ਸਾਨੂੰ ਸਾਰੇ ਦੁਨੀਆ ਦੇ ਵਿੱਚ ਫੈਲਣਾ ਪਏਗਾ। ਗਲੋਬਲ ਮਾਰਕੀਟਿੰਗ ਦਾ ਅੱਜ ਦੀ ਡੇਟ 'ਚ ਜ਼ਮਾਨਾ ਹੈਗਾ ਆ। ਸੋ ਗਲੋਬਲ ਮਾਰਕੀਟ ਦੇ ਵਿੱਚ ਸਟੈਂਡ ਕਰਨ ਦੇ ਲਈ ਕੁਆਲਿਟੀ ਦੀ ਜ਼ਰੂਰਤ ਪੈਂਦੀ ਹੈ। ਜੇ ਰਿਜ਼ਲਟ ਆਫ ਡਿਲੀਵਰਿੰਗ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ, ਜੇ ਕੋਈ ਇੰਡਸਟਰੀ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ ਆਪਣੇ ਕਸਟਮਰਸ ਨੂੰ ਡਿਲੀਵਰ ਕਰਦੀ ਪਈ। ਹੁਣ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ ਕੀ ਹੋ ਗਏ? ਕੰਸਿਸਟੈਂਟ ਕੁਆਲਿਟੀ ਪ੍ਰੋਡਕਟ ਹੈਗੇ ਨੇ ਇੱਕ ਸਾਰ ਇੱਕੋ ਜਿਹਾ ਪ੍ਰੋਡਕਟ, ਹਰ ਵਾਰ ਇੱਕੋ ਜਿਹਾ ਪ੍ਰੋਡਕਟ ਆਪਾਂ ਮਾਰਕੀਟ ਦੇ ਵਿੱਚ ਦੇਣਾ, ਡਿਲੀਵਰ ਕਰਨਾ। ਜੋ ਇੱਕ ਵਾਰੀ ਡਿਲੀਵਰ ਕਰ ਦਿੱਤਾ, ਨੈਕਸਟ ਵਾਰੀ ਜੋ ਵੀ ਡਿਲੀਵਰ ਕਰਨਾ ਉਹਦੇ ਨਾਲ ਮੈਚ ਕਰਨਾ ਚਾਹੀਦਾ, ਪਿਛਲੀ ਉਹਦੇ 'ਚ ਕੁਆਲਿਟੀ ਦਾ ਡਿਫਰੈਂਸ ਨਹੀਂ ਹੋਣਾ ਚਾਹੀਦਾ। ਦੈਟ ਇਜ਼ ਨੋਨ ਐਜ਼ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ। ਸੋ ਜਦੋਂ ਵੀ ਕੋਈ ਇੰਡਸਟਰੀ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ ਡਿਲੀਵਰ ਕਰਦੀ ਹੈ ਤੇ ਉਹਦੇ ਰਿਜ਼ਲਟ ਕੀ ਮਿਲਦੇ ਨੇ, ਕੰਪਨੀ ਨੂੰ ਕੀ ਫਾਇਦਾ ਹੁੰਦਾ ਹੈ? ਨੰਬਰ 1 ਮੈਂ ਲਿਖਿਆ ਹੋਇਆ ਕਸਟਮਰ ਡਿਲਾਈਟ, ਕਸਟਮਰ ਖੁਸ਼ ਹੋਏਗਾ। ਡਿਲਾਈਟ ਮੀਨ ਪਲੀਜ਼ ਹੋਏਗਾ। ਕਸਟਮਰ ਨੂੰ ਖੁਸ਼ ਕਰਨ ਦੇ ਲਈ ਸਾਨੂੰ ਕੰਸਿਸਟੈਂਟ ਕੁਆਲਿਟੀ ਪ੍ਰੋਡਕਟ ਮਾਰਕੀਟ ਦੇ ਵਿੱਚ ਦੇਣਾ ਪਏਗਾ। ਇਨਕਰੀਜ਼ ਮਾਰਕੀਟ ਸ਼ੇਅਰ, ਜੇ ਮੈਂ ਵਧੀਆ ਪ੍ਰੋਡਕਟ ਕੰਸਿਸਟੈਂਟ ਕੁਆਲਿਟੀ ਵਾਲਾ ਪ੍ਰੋਡਕਟ ਡਿਲੀਵਰ ਕਰਦਾ ਪਿਆ ਤੇ ਮਾਰਕੀਟ 'ਚ ਮੇਰਾ ਸ਼ੇਅਰ ਵਧੇਗਾ। ਇਨਕਰੀਜ਼ ਇਨ ਰਿਪੀਟਿਡ ਕਸਟਮਰ, ਮੇਰੇ ਕੋਲ ਕਸਟਮਰ ਬਾਰ-ਬਾਰ ਆਣਗੇ ਕਿਉਂਕਿ ਮੈਂ ਵਧੀਆ ਪ੍ਰੋਡਕਟ ਵੇਚਦਾ ਪਿਆ। ਤੁਸੀਂ ਦੇਖਿਆ ਹੋਣਾ ਇੱਕ ਜਿਹੜੀ ਕੰਪਨੀ ਕੋਈ ਵੀ ਵਧੀਆ ਪ੍ਰੋਡਕਟ ਦਿੰਦੀ ਹੈ ਤੇ ਅਸੀਂ ਬਾਰ-ਬਾਰ ਜਾ ਕੇ ਉਹ ਸਮਾਨ ਦੁਆਰਾ ਖਰੀਦਨੇ ਆ, ਕਿਸੇ ਕਸਟਮਰ ਨੂੰ ਕਹਿਣਾ ਨਹੀਂ ਪੈਂਦਾ ਵੀ ਮੇਰਾ ਸਮਾਨ ਖਰੀਦੋ। ਇਨਕਰੀਜ਼ ਪ੍ਰੋਫਿਟੇਬਿਲਿਟੀ, ਓਬਵੀਅਸ ਹੈਗਾ ਕਿ ਜਦੋਂ ਅਸੀਂ ਕੁਆਲਿਟੀ ਪ੍ਰੋਡਕਟ ਦਵਾਂਗੇ ਤੇ ਜ਼ਿਆਦਾ ਵਿਕੇਗਾ, ਕੰਪਨੀ ਨੂੰ ਜ਼ਿਆਦਾ ਪ੍ਰੋਫਿਟ ਆਏਗਾ। ਜਦ ਜ਼ਿਆਦਾ ਪ੍ਰੋਫਿਟ ਆ ਗਿਆ ਕਿਉਂਕਿ ਕੁਆਲਿਟੀ ਪ੍ਰੋਡਕਟ ਆਪਾਂ ਡਿਲੀਵਰ ਕੀਤਾ। ਨੈਕਸਟ ਇਜ਼ ਐਂਟਰ ਇਨਟੂ ਗਲੋਬਲਾਈਜੇਸ਼ਨ, ਇਹ ਬਹੁਤ ਇੰਪੋਰਟੈਂਟ ਫੈਕਟਰ ਹੈ। ਮੈਂ ਉੱਪਰ ਨੀਡ ਲਿਖਿਆ ਸੀ, ਕੁਆਲਿਟੀ ਦੀ ਨੀਡ ਹੈਗੀ ਹੈ ਟੂ ਕੰਪੀਟ ਦੀ ਗਲੋਬਲ ਮਾਰਕੀਟ। ਜੇ ਆਪਾਂ ਕੁਆਲਿਟੀ ਨੂੰ ਮੇਨਟੇਨ ਕਰਦੇ ਤਾਂ ਉਹਦਾ ਸਭ ਤੋਂ ਵੱਡਾ ਫਾਇਦਾ ਇਹ ਆ ਕਿ ਉਹ ਇੰਡਸਟਰੀ ਜਿਹੜੀ ਹੈ ਗਲੋਬਲਾਈਜੇਸ਼ਨ ਦੇ ਵਿੱਚ ਐਂਟਰ ਹੋ ਜਾਏਗੀ। ਇਨਕਰੀਜ਼ ਮੋਰਲ ਆਫ ਇੰਪਲਾਈਜ਼, ਮੋਰਲ ਆਫ ਇੰਪਲਾਈਜ਼ ਜਿਹੜਾ ਆਤਮ ਵਿਸ਼ਵਾਸ, ਜਿਹੜੇ ਮੇਰੇ ਮੁਲਾਜ਼ਮ ਇੰਡਸਟਰੀ ਦੇ ਵਿੱਚ ਕੰਮ ਕਰਦੇ ਪਏ ਆ ਉਹਨਾਂ ਦਾ ਜਿਹੜਾ ਮੋਰਲ ਇਨਕਰੀਜ਼ ਹੋਏਗਾ। ਹੁਣ ਕਿਵੇਂ ਇਨਕਰੀਜ਼ ਹੋਏਗਾ? ਜਦੋਂ ਅਸੀਂ ਕੁਆਲਿਟੀ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਡਿਲੀਵਰ ਕਰਦੇ ਹਾਂ, ਕਸਟਮਰ ਸਾਡਾ ਸਾਡੇ ਕੋਲੋਂ ਖੁਸ਼ ਹੈਗਾ ਆ, ਜ਼ਿਆਦਾ ਸਮਾਨ ਖਰੀਦਦਾ ਪਿਆ, ਕੰਪਨੀ ਮੇਰੀ ਪ੍ਰੋਫਿਟ 'ਚ ਆ। ਜੇ ਕੰਪਨੀ ਮੇਰੀ ਪ੍ਰੋਫਿਟ ਦੇ ਵਿੱਚ ਹੈਗੀ ਆ ਤੇ ਮੈਨੂੰ ਜਿਹੜਾ ਇੰਪਲੋਇਰ ਵੱਲੋਂ ਵੀ ਕਈ ਤਰ੍ਹਾਂ ਦੇ ਬੈਨੀਫਿਟਸ, ਕਈ ਤਰ੍ਹਾਂ ਦੀਆਂ ਫੇਵਰ ਮਿਲਦੀਆਂ ਆ, ਜਿਹਦੇ ਨਾਲ ਮੇਰਾ ਆਤਮ ਵਿਸ਼ਵਾਸ ਵੱਧਦਾ ਆ ਕਿ ਮੈਨੂੰ ਜਿਹੜਾ ਕੰਮ ਹੈਗਾ ਆ ਉਹ ਵਧੀਆ ਤਰੀਕੇ ਦੇ ਨਾਲ ਕਰਨਾ ਚਾਹੀਦਾ। ਸੋ 1 2 3 4 5 6 ਜਿਹੜੇ ਮੈਂ ਮੇਜਰ ਤੁਹਾਡੇ ਨਾਲ ਰਿਜ਼ਲਟ ਸ਼ੋ ਕੀਤੇ ਨੇ ਕੁਆਲਿਟੀ ਦੇ। ਇਫ ਵੀ ਆਰ ਡਿਲੀਵਰਿੰਗ ਦੀ ਕੁਆਲਿਟੀ ਪ੍ਰੋਡਕਟ, ਉਹਦੇ ਬੈਨੀਫਿਟਸ ਕਿਹੜੇ ਹੋਣੇ ਨੇ? ਕਸਟਮਰ ਡਿਲਾਈਟ, ਖੁਸ਼ ਹੋਏਗਾ ਕਸਟਮਰ, ਮਾਰਕੀਟ ਸ਼ੇਅਰ ਵਧੇਗਾ, ਰਿਪੀਟਿਡ ਕਸਟਮਰਸ ਵਧਣਗੇ, ਪ੍ਰੋਫਿਟ ਵਧੇਗਾ, ਗਲੋਬਲਾਈਜੇਸ਼ਨ 'ਚ ਐਂਟਰੀ ਮਿਲੇਗੀ ਔਰ ਜਿਹੜੇ ਮੇਰੇ ਇੰਪਲੋਈਜ਼ ਹੈਗੇ ਉਹਨਾਂ ਦਾ ਮੋਰਲ ਅਪ ਹੋਏਗਾ। ਇਹ ਮੇਜਰ ਮੇਰੇ ਰਿਜ਼ਲਟ ਨੇ ਕੁਆਲਿਟੀ ਪ੍ਰੋਡਕਟ ਡਿਲੀਵਰ ਕਰਨ ਦੇ। ਹੁਣ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਸਟੂਡੈਂਟਸ ਜਾ ਕੇ ਇੰਡਸਟਰੀ ਨੂੰ ਜੁਆਇਨ ਕਰਨਾ ਆ
ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਆ ਕਿ ਜਿਹੜੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰਦੇ ਪਏ ਹੋ ਉਹਦੇ ਆਬਜੈਕਟਿਵਸ ਕੀ ਹੈ। ਇੱਕ ਕਾਮਨ ਆਬਜੈਕਟਿਵਸ ਹਰ ਇੱਕ ਇੰਡਸਟਰੀ ਦੇ ਹੁੰਦੇ ਨੇ। ਮੈਂ ਉੱਪਰ ਲਿਖਿਆ ਹੋਇਆ ਪ੍ਰੋਫਿਟੇਬਿਲਿਟੀ, ਹਾਇਰ ਆਊਟਪੁੱਟ, ਰੈਪਿਡ ਡਿਵੈਲਪਮੈਂਟ ਆਫ ਇਕੋਨਮੀ ਟੂ ਮੀਟ ਕਸਟਮਰਸ ਰਿਕੁਆਇਰਮੈਂਟ। ਇਹ 4 ਆਬਜੈਕਟਿਵ ਨੇ ਕਿਸੇ ਵੀ ਆਰਗੇਨਾਈਜੇਸ਼ਨ ਦੇ, ਕਿ ਮੈਨੂੰ ਪ੍ਰੋਫਿਟ ਆਉਣਾ ਚਾਹੀਦਾ ਆ, ਮੇਰੀ ਆਊਟਪੁੱਟ ਮੈਕਸਿਮਮ ਹੋਣੀ ਚਾਹੀਦੀ ਆ, ਮੇਰੀ ਇਕੋਨਮੀ ਵਧਣੀ ਚਾਹੀਦੀ ਆ, ਹੈ ਮੀਨਸ ਮੈਂ ਫਾਈਨੈਂਸ਼ੀਅਲੀ ਅਪ ਜਾਣਾ ਚਾਹੀਦਾ, ਮੇਰੇ ਕਸਟਮਰ ਜਿਹੜੇ ਹੈਗੇ ਮੇਰੇ ਤੋਂ ਜਿਹੜਾ ਸਮਾਨ ਲੈਂਦੇ ਪਏ ਉਹ ਮੇਰੇ ਤੋਂ ਸੈਟੀਸਫਾਈਡ ਹੋਣੇ ਚਾਹੀਦੇ ਆ, ਉਹਨਾਂ ਦੀ ਰਿਕੁਆਇਰਮੈਂਟਸ ਨੂੰ ਮੈਂ ਫੁੱਲਫਿਲ ਕਰਾਂ। ਹੁਣ ਇਹ 4 ਆਬਜੈਕਟਿਵ ਕਿਸੇ ਵੀ ਆਰਗੇਨਾਈਜੇਸ਼ਨ ਦੇ ਹੁੰਦੇ ਆ। ਇਹ ਚਾਰੋਂ ਆਬਜੈਕਟਿਵਸ ਜੇ ਮੈਂ ਕੱਲੀ ਇੱਕ ਕੁਆਲਿਟੀ ਨੂੰ ਮੇਨਟੇਨ ਕਰ ਲਵਾਂ ਤੇ ਮੇਰੇ ਚਾਰੋਂ ਆਬਜੈਕਟਿਵ ਆਪਣੇ ਆਪ ਹੀ ਪੂਰੇ ਹੋ ਜਾਣਗੇ, ਮੈਨੂੰ ਕਿਸੇ ਹੋਰ ਚੀਜ਼ ਤੇ ਫੋਕਸ ਕਰਨ ਦੀ ਜ਼ਰੂਰਤ ਨਹੀਂ ਪੈਣੀ। ਕਿਵੇਂ? ਤੁਸੀਂ ਆਪ ਦੇਖੋ, ਕੁਆਲਿਟੀ ਆਪਾਂ ਮੇਨਟੇਨ ਕਰਤੀ, ਪਿਛਲੀਆਂ ਸਲਾਈਡਾਂ 'ਚ ਅਸੀਂ ਡਿਸਕਸ ਕੀਤਾ ਸੀ। ਆਬਵੀਅਸ ਆ, ਕੁਆਲਿਟੀ ਮੇਨਟੇਨ ਕੀਤੀ, ਰਿਪੀਟਿਡ ਕਸਟਮਰ ਵਧੇ, ਮੈਨੂੰ ਮੇਰਾ ਸਮਾਨ ਜ਼ਿਆਦਾ ਵਿਕਿਆ, ਜਿੰਨਾ ਜ਼ਿਆਦਾ ਮੇਰਾ ਕੰਪੋਨੈਂਟਸ ਜ਼ਿਆਦਾ ਵਿਕਦਾ ਪਿਆ ਉਨਾ ਜ਼ਿਆਦਾ ਮੈਨੂੰ ਪ੍ਰੋਫਿਟ ਹੋ ਰਿਹਾ। ਹਾਇਰ ਆਊਟਪੁੱਟ ਆਬਵੀਅਸ ਹੈਗਾ, ਮੇਰੇ ਵਰਕਰਸ ਟ੍ਰੇਨਡ ਹੋ ਗਏ, ਕੁਆਲਿਟੀ ਕੋਈ ਰਿਜੈਕਸ਼ਨ ਮੇਰੀ ਨਹੀਂ ਹੋਈ। ਜੇ ਮੇਰੀ ਰਿਜੈਕਸ਼ਨ ਕੋਈ ਨਹੀਂ ਹੈ, ਆਊਟਪੁੱਟ ਮੇਰੀ ਵੱਧ ਗਈ, ਰਾਈਟ, ਮੇਰਾ ਸਮਾਨ ਜ਼ਿਆਦਾ ਵਿਕਿਆ, ਮੇਰੀ ਇਕੋਨਮੀ ਡਿਵੈਲਪ ਹੋ ਗਈ, ਮੇਰੇ ਕਸਟਮਰ ਮੇਰੇ ਤੋਂ ਖੁਸ਼ ਹੋ ਗਏ। ਇੱਕ ਸਿੰਪਲੀ ਅਸੀਂ ਕੁਆਲਿਟੀ ਦੇ ਉੱਤੇ ਜੇ ਫੋਕਸ ਕਰ ਲੈਂਦੇ ਆ ਤੇ ਮੇਰੇ ਕੰਪਨੀ ਦੇ, ਮੇਰੀ ਆਰਗੇਨਾਈਜੇਸ਼ਨ ਦੇ ਸਾਰੇ ਆਬਜੈਕਟਿਵਸ ਆਪਣੇ ਆਪ ਹੀ ਫੁੱਲ ਹੋ ਜਾਂਦੇ ਨੇ, ਰਾਈਟ। ਸੋ ਟ੍ਰੇਨੀਜ਼ ਨੇ ਖਾਸ ਕਰਕੇ ਖਿਆਲ ਕਰਨਾ, ਜਿਹੜੀ ਵੀ ਇੰਡਸਟਰੀ, ਜਿਹੜੀ ਵੀ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਬੱਚਿਆਂ ਨੇ ਜਾ ਕੇ ਕੰਮ ਕਰਨਾ ਆ, ਉੱਥੇ ਕੁਆਲਿਟੀ ਨੂੰ ਖਾਸ ਜ਼ੋਰ ਦੇਣਾ ਆ, ਕਿਉਂਕਿ ਉਹ ਆਰਗੇਨਾਈਜੇਸ਼ਨ ਦਾ ਵੀ ਮੇਨ ਫੋਕਸ ਹੋਏਗਾ। ਜੇ ਤੁਸੀਂ ਬੱਚੇ ਉਸ ਜਗ੍ਹਾ ਦੇ ਉੱਤੇ ਫੋਕਸ ਕਰਦੇ ਪਏ ਹੋ, ਇਸ ਪੁਆਇੰਟ ਦੇ ਉੱਤੇ ਫੋਕਸ ਕਰਦੇ ਪਏ ਹੋ, ਇੰਡਸਟਰੀ ਤੁਹਾਡੀ ਰਾਈਜ਼ ਕਰੇਗੀ, ਜਿੱਥੇ ਤੁਸੀਂ ਕੰਮ ਕਰਦੇ ਪਏ ਹੋ ਉਹ ਜਗ੍ਹਾ ਰਾਈਜ਼ ਕਰੇਗੀ ਔਰ ਤੁਹਾਡੀ ਆਪਣੇ ਆਪ ਹੀ ਡਿਵੈਲਪਮੈਂਟ। ਸੋ ਸਾਰੇ ਆਬਜੈਕਟਿਵ ਮੈਂ ਇਸ ਸਲਾਈਡ ਦੇ ਵਿੱਚ ਬਹੁਤ ਵੱਡੀ ਆਪਾਂ ਗੱਲ ਕੀਤੀ ਆ ਕਿ ਇੱਕ ਸਿੰਗਲ ਕੁਆਲਿਟੀ ਮੇਨਟੇਨ ਕਰਨ ਨਾਲ ਇੰਡਸਟਰੀ ਦੇ ਸਾਰੇ ਆਬਜੈਕਟਿਵਸ ਪੂਰੇ ਹੋ ਜਾਂਦੇ ਨੇ। ਡਾਇਮੈਂਸ਼ਨਸ ਆਫ ਕੁਆਲਿਟੀ। ਹੁਣ ਡਾਇਮੈਂਸ਼ਨਸ ਆਫ ਕੁਆਲਿਟੀ ਕੀ ਹੈਗਾ? ਮੈਜਰਸ ਆਫ ਕੁਆਲਿਟੀ। ਮੈਜਰਸ ਆਫ ਕੁਆਲਿਟੀ ਮੀਨਸ ਕੋਈ ਵੀ ਕਸਟਮਰ ਮਾਰਕੀਟ ਦੇ ਵਿੱਚੋਂ ਸਮਾਨ ਲੈਣ ਤੋਂ ਪਹਿਲੇ ਕਿਸ ਤਰੀਕੇ ਦੇ ਨਾਲ ਕੁਆਲਿਟੀ ਨੂੰ ਨਾਪਦਾ ਹੈ, ਕਿਵੇਂ ਮੈਜਰ ਕਰੇਗਾ, ਕਿਵੇਂ ਮੈਜਰ ਕਰੇਗਾ? ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਸਮਾਨ ਲੈਣ ਜਾਂਦੇ ਆ ਜਾਂ ਕੋਈ ਖਰੀਦਣਾ ਹੈ ਕੋਈ ਕੰਪੋਨੈਂਟ, ਤੇ ਅਸੀਂ ਪੁੱਛਦੇ ਹਾਂ ਇੱਕ ਦੂਸਰੇ ਕੋਲ ਜਾਂ ਸ਼ਾਪਕੀਪਰ ਕੋਲ ਜਾ ਕੇ ਪੁੱਛਦੇ ਹਾਂ ਕਿ ਇਹ ਜਿਹੜਾ ਕੰਪੋਨੈਂਟ ਹੈ ਇਹਦੀ ਪਰਫਾਰਮੈਂਸ ਕਿਵੇਂ ਦੀ ਹੈ, ਇਹਦੇ ਵਿੱਚ ਫੀਚਰ ਕਿਹੜੇ ਕਿਹੜੇ ਨੇ, ਰਾਈਟ, ਵੀ ਇਹਦੇ ਵਿੱਚ ਇੰਨੇ GB ਦਾ ਆਪਣੀ ਮੈਮਰੀ ਹੈਗੀ ਆ, ਇੰਨਾ ਇਹਦਾ ਮੈਗਾਪਿਕਸਲ ਕੈਮਰਾ ਹੈਗਾ, ਇੰਨੇ ਇਹਦੀ ਸਕਰੀਨ ਸਾਈਜ਼ ਹੈਗੇ ਆ, ਇਹਦੇ ਚ ਸੌਫਟਵੇਅਰ ਹੈਗੇ ਆ, ਰਾਈਟ। ਇਸੇ ਤਰ੍ਹਾਂ ਹੀ ਕੋਈ ਮਕੈਨੀਕਲ ਕੰਪੋਨੈਂਟ ਹੈਗਾ, ਤੇ ਕੋਈ ਜਿਹੜੀ ਇਹਦੀ ਮੋਟਰ ਹੈਗੀ, ਕਿੰਨੇ RPM ਦੀ ਮੋਟਰ ਲੱਗੀ ਹੋਈ ਹੈ ਇਹਦੇ ਵਿੱਚ, ਕਿੰਨੀ ਸ਼ੀਟ ਮੋਟੀ ਲੱਗੀ ਹੋਈ ਹੈ, ਇਹ ਸਾਰੇ ਉਹਦੇ ਫੀਚਰਸ ਹੋ ਗਏ। ਰਿਲਾਇਬਿਲਿਟੀ, ਕਿੰਨਾ ਕਿ ਰਿਲਾਇਬਲ ਪ੍ਰੋਡਕਟ ਹੈ। ਇਹ ਤਾਂ ਨਹੀਂ ਮੈਂ ਸਮਾਨ ਮਾਰਕੀਟ ਦੇ ਵਿੱਚੋਂ ਖਰੀਦ ਕੇ ਆ ਜਾਵਾਂ ਔਰ ਆ ਕੇ ਮੇਰਾ 4 ਦਿਨ ਚੱਲ ਕੇ ਖਰਾਬ ਹੀ ਹੋ ਜਾਵੇ, ਰਿਲਾਇਬਿਲਿਟੀ ਕੋਈ ਨਹੀਂ, ਮੈਂ ਫੇਰ ਠੀਕ ਕਰਾਂ ਨਾ ਫੇਰ ਖਰਾਬ ਹੋ ਜਾਂਦਾ, ਫੇਰ ਠੀਕ ਕਰਾਂ ਨਾ ਫੇਰ ਖਰਾਬ ਹੋ ਜਾਂਦਾ, ਉਹਦੀ ਰਿਲਾਇਬਿਲਿਟੀ ਕੋਈ ਨਹੀਂ। ਇੱਕ ਹੁੰਦਾ ਡਿਊਰੇਬਿਲਿਟੀ। ਡਿਊਰੇਬਿਲਿਟੀ ਦਾ ਮੀਨਸ ਕਿੰਨਾ ਹੰਢਣਸਾਰ ਆ ਮੇਰਾ ਸਮਾਨ। ਮੈਂ ਸਮਾਨ ਲੈਣ ਚਲ ਗਿਆ ਮਾਰਕੀਟ ਦੇ ਵਿੱਚੋਂ, ਉਹ 10 ਸਾਲ ਉਸ ਤੋਂ ਬਾਅਦ ਵਧੀਆ ਤਰੀਕੇ ਦੇ ਨਾਲ ਚੱਲਦਾ ਰਿਹਾ। ਮੈਂ ਵਾਸ਼ਿੰਗ ਮਸ਼ੀਨ ਖਰੀਦ ਲਈ, ਮੈਂ AC ਖਰੀਦ ਲਿਆ, ਮੈਂ ਮਾਈਕ੍ਰੋਵੇਵ ਖਰੀਦ ਲਿਆ। ਜਦੋਂ ਮੈਂ ਉਹ ਸਮਾਨ ਖਰੀਦਿਆ ਤੇ ਉਹ ਕਿੰਨੀ ਦੇਰ ਹੰਢਿਆ, ਕੋਈ ਬ੍ਰੇਕਡਾਊਨ ਨਹੀਂ ਕਿਸੇ ਤਰ੍ਹਾਂ ਦੀ, ਕੋਈ ਮੈਨੂੰ ਹਰੈਸਮੈਂਟ ਨਹੀਂ ਹੋਈ। ਹੁਣ ਮੈਂ ਲੈ ਕੇ ਸਮਾਨ ਖਰੀਦਿਆ ਸੀ, ਮੇਰੀ ਐਕਸਪੈਕਟੇਸ਼ਨ ਸੀਗੀ ਵੀ ਮੇਰਾ ਜਿਹੜਾ ਵੀ ਕੰਪੋਨੈਂਟ ਜਾਂ ਮੋਬਾਈਲ, ਵਾਸ਼ਿੰਗ ਮਸ਼ੀਨ, ਜੋ ਵੀ ਹੈ, ਐਨੀਥਿੰਗ ਐਲਸ, ਮੈਂ ਜਿਹੜਾ ਖਰੀਦਿਆ ਹੈ ਉਹ ਮੇਰੇ ਕੋਲ 5 ਸਾਲ ਚੱਲਣਾ ਚਾਹੀਦਾ। ਹੁਣ 5 ਸਾਲ ਦੀ ਬਜਾਏ ਮੇਰਾ 10 ਸਾਲ ਚੱਲ ਗਿਆ। ਹੁਣ ਕੀ ਹੋਇਆ? ਪਰਫਾਰਮੈਂਸ ਮੇਰੀ ਜ਼ਿਆਦਾ ਆ ਗਈ, ਪਰਫਾਰਮੈਂਸ ਓਵਰ ਐਕਸਪੈਕਟੇਸ਼ਨਸ। Q ਕਿੰਨਾ ਹੋ ਗਿਆ? 2, ਰਾਈਟ। ਹੁਣ ਜੇ 2 ਹੋ ਗਿਆ ਤੇ Q ਦੀ ਵੈਲਿਊ 1 ਤੋਂ ਉੱਪਰ ਚਲ ਗਈ। ਜੇ Q ਦੀ ਵੈਲਿਊ 1 ਤੋਂ ਉੱਪਰ ਚਲ ਗਈ, ਮੈਂ ਪਹਿਲੇ ਆਲਰੇਡੀ ਡਿਸਕਸ ਕਰ ਚੁੱਕਾ, ਕੀ ਹੋਏਗਾ? ਕੁਆਲਿਟੀ ਮੇਰੇ ਚ ਫੀਲਿੰਗ ਆਏਗੀ ਕਿ ਇਹ ਵਧੀਆ ਕੁਆਲਿਟੀ ਦਾ ਪ੍ਰੋਡਕਟ ਹੈਗਾ, ਰਾਈਟ। ਸੋ ਡਿਊਰੇਬਿਲਿਟੀ ਕਿੱਦਾਂ ਦੀ ਹੈ? ਨੈਕਸਟ ਪੁਆਇੰਟ ਇਜ਼ ਸਰਵਿਸ। ਸਰਵਿਸ ਬਹੁਤ ਇੰਪੋਰਟੈਂਟ ਪੁਆਇੰਟ ਆ ਜਦੋਂ ਅਸੀਂ ਕੁਆਲਿਟੀ ਫੀਚਰ ਨੂੰ ਡਿਸਕਸ ਕਰਦੇ ਹਾਂ, ਕੁਆਲਿਟੀ ਡਾਇਮੈਂਸ਼ਨਸ ਨੂੰ ਡਿਸਕਸ ਕਰਦੇ ਹਾਂ। ਕਿ ਮੈਂ ਸਮਾਨ ਖਰੀਦ ਲਿਆ,
ਮੈਨੂੰ ਆਫਟਰ ਸੇਲ ਸਰਵਿਸ ਇਹਦੀ ਕਿੰਨੀ ਕੁ ਮਿਲੇਗੀ। ਹੁਣ ਆਫਟਰ ਸੇਲ ਸਰਵਿਸ ਕੀ ਹੈਗੀ ਆ, ਤੁਸੀਂ ਦੇਖਿਆ ਹੋਣਾ ਅਸੀਂ ਏਸੀ ਖਰੀਦ ਲੈਂਦੇ ਆ ਜਾਂ ਵਾਸ਼ਿੰਗ ਮਸ਼ੀਨ ਖਰੀਦ ਲਿਆ, ਸਕੂਟਰ ਮੋਟਰਸਾਈਕਲ ਖਰੀਦ ਲਿਆ, ਇਦਾਂ ਦੀ ਕੋਈ ਵੀ ਚੀਜ਼ ਆਪਾਂ ਖਰੀਦ ਲੈਂਦੇ ਆ, ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਅਸੀਂ ਕੰਪਨੀ ਨੂੰ ਫੋਨ ਕਰਦੇ ਹਾਂ, ਕੰਪਨੀ ਦਾ ਸਰਵਿਸ ਇੰਜੀਨੀਅਰ ਆ ਕੇ ਸਾਡੇ ਕੋਲੋਂ ਸਮਾਨ ਠੀਕ ਕਰਕੇ ਜਾਂਦਾ। ਸੋ ਕੁਆਲਿਟੀ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਇੱਕ ਵਾਰੀ ਸਮਾਨ ਜਿਹੜਾ ਇੰਡਸਟਰੀ ਦੇ ਵਿੱਚ ਤਿਆਰ ਕਰ ਦਿੱਤਾ, ਉਹ ਕਸਟਮਰ ਨੂੰ ਦੇ ਦਿੱਤਾ, ਉਹਨੇ ਪੈਸੇ ਸਾਨੂੰ ਪੇ ਕਰ ਦਿੱਤੇ, ਬਸ ਸਾਡਾ ਕੰਮ ਖਤਮ ਹੋ ਗਿਆ। ਨੋ, ਇਦਾਂ ਦੀ ਸੋਚ ਲੈ ਕੇ ਇੰਡਸਟਰੀ ਕਦੀ ਰਾਈਜ਼ ਨਹੀਂ ਹੁੰਦੀ। ਉਹਨੂੰ ਇਹ ਸੋਚਣਾ ਪਏਗਾ ਕਿ ਜੇ ਮੈਂ ਆਪਣਾ ਸਮਾਨ ਮਾਰਕੀਟ ਦੇ ਵਿੱਚ ਦਿੰਨਾ ਆ, ਜੇ ਕੱਲ ਉਹ ਖਰਾਬ ਹੋ ਜਾਂਦਾ ਆ ਤੇ ਮੈਨੂੰ ਠੀਕ ਵੀ ਕਰਕੇ ਦੇਣਾ ਪਏਗਾ। ਸੋ ਤੁਸੀਂ ਦੇਖਿਆ ਹੋਣਾ ਇੰਡਸਟਰੀਜ਼ ਜੇ ਅਲੱਗ-ਅਲੱਗ ਸਰਵਿਸ ਸੈਂਟਰ ਹੁੰਦੇ ਨੇ, ਉਹਨਾਂ ਵੱਲੋਂ ਚਲਾ ਕਸਟਮਰ ਕੇਅਰ ਤੇ ਆਪਾਂ ਕਾਲ ਕਰ ਸਕਦੇ ਹਾਂ, ਉਹ ਸਾਨੂੰ ਸਰਵਿਸ ਦਿੰਦੇ ਆ। ਜੇ ਅਸੀਂ ਕੋਈ ਸਮਾਨ ਇਦਾਂ ਦਾ ਖਰੀਦ ਕੇ ਲੈ ਆਈਏ ਔਰ ਕੱਲ ਉਹ ਖਰਾਬ ਹੋ ਜਵੇ, ਜਦੋਂ ਉਹ ਖਰਾਬ ਹੋ ਜਵੇ ਫਿਰ ਕੀ ਹੋਏਗਾ? ਅਸੀਂ ਕੰਪਨੀ ਨੂੰ ਕਾਲ ਕੀਤਾ, ਕੰਪਨੀ ਨੇ ਸਾਨੂੰ ਕੁਝ ਹੱਥ ਪੱਲਾ ਨਹੀਂ ਫੜਾਇਆ। ਜਿਹਦੇ ਹੱਥ ਪੱਲਾ ਨਹੀਂ ਫੜਾਇਆ ਤਾਂ ਅਸੀਂ ਤਾਂ ਮੁੜ ਕੇ ਸਾਰਿਆਂ ਨੂੰ ਇਹ ਕਵਾਂਗੇ ਕਿ ਇਹ ਯਾਰ ਤੁਸੀਂ ਪ੍ਰੋਡਕਟ ਨਾ ਲਵੋ, ਇਹਦੀ ਤਾਂ ਸੇਲ ਸਰਵਿਸ ਹੈ ਹੀ ਨਹੀਂ ਗੀ। ਸੋ ਰੈਪੂਟੇਸ਼ਨ ਖਰਾਬ ਹੋ ਜਾਏਗਾ ਇੰਡਸਟਰੀ ਦਾ। ਸੋ ਸਰਵਿਸ ਬੜੀ ਇੰਪੋਰਟੈਂਟ ਹੈਗੀ। ਰਿਸਪੌਂਸ ਦਾ ਕੀ ਮਤਲਬ ਆ? ਇੰਡਸਟਰੀ ਦੇ ਦਾ ਰਿਸਪੌਂਸ, ਉਸ ਪ੍ਰੋਡਕਟ ਦਾ ਰਿਸਪੌਂਸ ਮਾਰਕੀਟ ਦੇ ਵਿੱਚ ਕਿਵੇਂ ਦਾ ਹੈਗਾ। ਹੁਣ ਅਸੀਂ ਗੱਲ ਕਰਦੇ ਹਾਂ ਕਿ ਯਾਰ ਇਹ ਸਮਾਨ ਕਿੱਦਾਂ ਦਾ ਚੱਲਦਾ ਪਿਆ, ਉਹ ਕਹਿੰਦਾ ਬਹੁਤ ਵਧੀਆ ਚੱਲਦਾ ਪਿਆ। ਅਸੀਂ 10 ਜਣੇ ਕੋਲ ਕੋਈ ਵੀ ਮਹਿੰਗੀ ਚੀਜ਼ ਖਰੀਦਣੀ ਆ, ਆਪਾਂ 10 ਰਿਸ਼ਤੇਦਾਰਾਂ ਕੋਲੋਂ, ਆਪਣੇ ਫਰੈਂਡਸ ਕੋਲੋਂ ਪੁੱਛਦੇ ਹਾਂ ਜਾ ਕੇ ਵੀ ਭਾਈ ਇਹ ਸਮਾਨ ਕਿੱਦਾਂ ਦਾ ਆ। ਉਹ ਜੇ ਸਾਨੂੰ ਨੈਗੇਟਿਵ ਫੀਡਬੈਕ ਮਿਲਦੀ ਆ ਤਾਂ ਓਬਵੀਅਸ ਹੈਗਾ ਕਿ ਆਪਾਂ ਉਹ ਸਮਾਨ ਨਹੀਂ ਲੈਂਦੇ। ਹੁਣ ਜੇ ਚੀਜ਼ ਅੱਛੀ ਕਿਸੇ ਕੰਪਨੀ ਨੇ ਡਿਲੀਵਰ ਕੀਤੀ ਹੋਈ ਆ ਤੇ ਉਹਦਾ ਰਿਸਪੌਂਸ ਵੀ ਵਧੀਆ ਹੀ ਰਹੇਗਾ, ਲੋਕ ਉਹਦੀ ਗੱਲਬਾਤ ਵਧੀਆ ਕਰਨਗੇ। ਨੈਕਸਟ ਇਜ਼ ਰੈਪੂਟੇਸ਼ਨ। ਉਸ ਪ੍ਰੋਡਕਟ ਦਾ, ਉਸ ਕੰਪਨੀ ਦਾ ਮਾਰਕੀਟ ਦੇ ਵਿੱਚ ਰੈਪੂਟੇਸ਼ਨ ਕਿੱਦਾਂ। ਹੁਣ ਰੈਪੂਟੇਸ਼ਨ ਕਿਵੇਂ ਬਣੇਗਾ? ਓਬਵੀਅਸ ਹੈਗਾ ਜੇ ਕੰਸਿਸਟੈਂਟ ਕੁਆਲਿਟੀ ਦਿੰਦੇ ਆ ਤਾਂ ਰੈਪੂਟੇਸ਼ਨ ਬਣੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਡਿਸਕਸ ਕੀਤੀਆਂ, ਇਹ ਮੈਜਰਸ ਆਫ ਕੁਆਲਿਟੀ ਆ। ਕਸਟਮਰਸ ਆਪਣੇ ਆਪਣੇ ਤਰੀਕੇ ਦੇ ਨਾਲ ਕੁਆਲਿਟੀ ਨੂੰ ਮੈਜਰ ਕਰਦਾ। ਹੁਣ ਆਪਣੇ ਆਪਣੇ ਤਰੀਕੇ ਕੀ, ਕੋਈ ਦੇਖੋ ਇਹਦੀ ਪਰਫਾਰਮੈਂਸ ਕਿੰਨੀ ਹੈ, ਮੈਂ ਤਾਂ ਇਹ ਚੈੱਕ ਕਰਨਾ, ਮੈਂ ਤਾਂ ਪਰਫਾਰਮੈਂਸ ਬੇਸਡ ਮਟੀਰੀਅਲ ਖਰੀਦਣਾ। ਕੋਈ ਕਹਿੰਦਾ ਮੈਂ ਤਾਂ ਫੀਚਰ ਮੈਕਸਿਮਮ ਹੋਣੇ ਚਾਹੀਦੇ, ਉਸ ਬੇਸ ਤੇ ਮਟੀਰੀਅਲ ਖਰੀਦਾਂਗਾ। ਕੋਈ ਕਹਿੰਦਾ ਰਿਲਾਇਬਿਲਿਟੀ ਮੈਨੂੰ ਜ਼ਿਆਦਾ ਚਾਹੀਦੀ, ਕੋਈ ਕਹਿੰਦਾ ਡਿਊਰੇਬਿਲਿਟੀ ਚਾਹੀਦੀ ਹੈ, ਕੋਈ ਕਹਿੰਦਾ ਮੈਨੂੰ ਸਰਵਿਸ ਜ਼ਿਆਦਾ ਚਾਹੀਦੀ ਹੈ, ਕੋਈ ਕਹਿੰਦਾ ਮਾਰਕੀਟ 'ਚ ਮੈਨੂੰ ਲੋਕ ਵਧੀਆ ਕਹਿਣਗੇ ਵੀ ਸਮਾਨ ਵਧੀਆ, ਮੈਂ ਤਾਂ ਖਰੀਦਾਂਗਾ। ਮਾਰਕੀਟ ਕਈ ਕਹਿੰਦੇ ਨੇ ਕਿ ਕੰਪਨੀ ਦਾ ਜਿਹੜਾ ਵਧੀਆ ਰੈਪੂਟੇਸ਼ਨ ਆ ਉਹਦਾ ਖਰੀਦੋ ਸਮਾਨ। ਇਹ ਆਪਣੀ ਆਪਣੀ ਸੋਚ ਆ ਸਾਰਿਆਂ ਦੀ। ਸੋ ਮੈਂ ਪਿੱਛੇ ਵੀ ਇੱਕ ਗੱਲ ਕੀਤੀ ਸੀ ਪਹਿਲੀ ਸਲਾਈਡ ਤੇ ਵੀ ਜਿਹੜੀ ਕੁਆਲਿਟੀ ਹੈਗੀ ਆ, that is ਕਸਟਮਰ ਰਿਕੁਆਇਰਮੈਂਟ। ਇੱਕ ਗੱਲ ਸਾਰੇ ਜਣੇ ਮਾਈਂਡ 'ਚ ਰੱਖਣੀ ਆ ਕਿ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਕਰਨਾ ਹੈ, ਉੱਥੇ ਅਸੀਂ ਆਮ ਸੁਣਨ ਦੇ ਵਿੱਚ ਸਾਡੇ ਆਂਦਾ ਕਿ ਇਹ ਫਸਟ ਕੁਆਲਿਟੀ ਪ੍ਰੋਡਕਟ ਆ ਜੀ, ਇਹ ਸੈਕੰਡ ਕੁਆਲਿਟੀ ਪ੍ਰੋਡਕਟ ਆ ਜੀ, ਇਹ ਥਰਡ ਕੁਆਲਿਟੀ ਪ੍ਰੋਡਕਟ ਆ। ਇਦਾਂ ਕੁਝ ਨਹੀਂ ਹੁੰਦਾ। ਕੁਆਲਿਟੀ ਹੈਜ਼ ਨੋ ਗ੍ਰੇਡਸ, ਕੋਈ ਗ੍ਰੇਡਸ ਨਹੀਂ ਹੈ ਕੁਆਲਿਟੀ ਦੇ। ਕੁਆਲਿਟੀ ਇਜ਼ ਅਸੈਪਟੇਬਲ ਔਰ ਰਿਜੈਕਟਡ ਔਰ ਨਾਟ ਅਸੈਪਟਡ ਰਿਜੈਕਟਡ। ਜਾਂ ਅਸੈਪਟ ਹੋਏਗੀ ਜਾਂ ਰਿਜੈਕਟ ਹੋਏਗੀ, ਰਾਈਟ? ਜਾਂ ਯੈਸ ਆ ਜਾਂ ਨੋ ਆ। ਇਟਸ ਵੈਰੀ ਕਲੀਅਰ। ਪ੍ਰੋਡਕਟ ਜਾਂ ਪਾਸ ਆ ਜਾਂ ਫੇਲ ਆ। ਸੈਕੰਡ ਕੁਆਲਿਟੀ ਕੁਛ ਨਹੀਂ ਹੈਗੀ। ਹੁਣ ਜੇ ਆਪਾਂ ਗੱਲ ਕਰਕੇ ਚੱਲਦੇ ਹਾਂ, ਇੱਕ ਲੜੀਆਂ ਦੀ ਗੱਲ ਕਰਦੇ ਹਾਂ, ਦੀਵਾਲੀ ਤੇ ਲੜੀਆਂ ਵਿਕਦੀਆਂ ਨੇ ਮਾਰਕੀਟ ਦੇ ਵਿੱਚ, ਉਹ 50 ਰੁਪਏ ਵਾਲੀਆਂ ਵੀ ਆ, 100 ਵਾਲੀਆਂ ਵੀ, 1000 ਰੁਪਏ ਵਾਲੀਆਂ ਲੜੀਆਂ ਵੀ ਹੈਗੀਆਂ। ਪਰ ਜਿਹੜਾ ਗਰੀਬ ਬੰਦਾ ਆ, ਜਿਹੜਾ ਦਿਨ ਦੇ ਵਿੱਚ ਸਾਰਾ ਦਿਨ ਪੈਸੇ ਕਮਾਉਂਦਾ ਔਰ ਰਾਤ ਨੂੰ ਜਾ ਕੇ ਆਪਣੇ ਬੱਚਿਆਂ ਨੂੰ ਰੋਟੀ ਦਾ ਅਰੇਂਜਮੈਂਟ ਕਰਦਾ ਆ, ਉਹਦੇ ਲਈ ਵੀ ਤਾਂ ਦੀਵਾਲੀ ਆ, ਉਹਨੇ ਵੀ ਤਾਂ ਦੀਵਾਲੀ ਮਨਾਉਣੀ ਬਈ। ਹੁਣ ਜਿਹੜੇ ਉਹਨੇ ਦੀਵਾਲੀ ਬਣਾਉਣੀ ਆ, ਇਹ ਤਾਂ ਨਹੀਂ ਉਹਦੇ ਕੋਲ ਪੈਸੇ ਉਹਨੇ ਕਿਨੇ, ਉਹਦੇ ਲਈ ਕੀ ਕੁਆਲਿਟੀ ਆ ਕਿ ਮੈਂ 25 ਰੁਪਏ ਦੀਆਂ 30 ਰੁਪਏ ਦੀਆਂ ਲੜੀਆਂ ਲੈ ਆਵਾਂ, ਲੜੀਆਂ ਲੈ ਕੇ ਆਪਣੀ ਬਾਲਕੋਨੀ ਦੇ ਵਿੱਚ ਜਾਂ ਵਿਹੜੇ ਦੇ ਵਿੱਚ ਲਗਾ ਦੇਵਾਂ, ਜਿਹੜੀ ਜਗਮਗ ਕਰੇ, ਉਹਦੇ ਬੱਚੇ ਵੀ ਖੁਸ਼ ਨੇ ਕਿਉਂਕਿ ਉਹਨਾਂ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਕਿ ਨੇ। ਹੁਣ ਉਹ ਜੇ ਮੈਂ ਰਿਕੁਆਇਰਮੈਂਟ 50 ਰੁਪਏ ਦੇ ਨਾਲ ਪੂਰੀ ਕਰਦਾ ਪਿਆ ਤੇ ਉਹਦੇ ਲਈ ਉਹੀ ਕੁਆਲਿਟੀ ਆ। ਉਹ ਮਹਿੰਗੀ ਚੀਜ਼ ਨੂੰ ਕਹੇਗਾ ਜੀ ਮੇਰੇ ਪਾਸ ਦਾ ਕੰਮ ਨਹੀਂ ਆ, ਮੇਰੇ ਲਈ ਅਸੈਪਟਡ ਨਹੀਂ ਹੈਗੀ, ਰਾਈਟ? ਸੋ ਕੁਆਲਿਟੀ ਦੇ ਵਿੱਚ ਕਦੀ ਵੀ ਕੰਪਰੋਮਾਈਜ਼ ਨਹੀਂ ਹੈਗਾ। ਇਟ ਇਜ਼ ਅਸੈਪਟਡ ਔਰ ਨਾਟ ਅਸੈਪਟਡ, ਇਟ ਹੈਜ਼ ਨੋ ਗ੍ਰੇਡਸ, ਮੇਕ ਇਟ ਵੈਰੀ ਕਲੀਅਰ। ਕੋਈ ਗ੍ਰੇਡਸ ਨਹੀਂ ਕੁਆਲਿਟੀ ਦੇ, ਰਾਈਟ? ਸੋ ਮੈਂ ਸਾਰੀਆਂ ਡਾਇਮੈਂਸ਼ਨਸ ਕੁਆਲਿਟੀ ਦੀਆਂ ਡਿਸਕਸ ਕੀਤੀਆਂ ਨੇ ਤੁਹਾਡੇ ਨਾਲ। ਹੁਣ ਮੈਂ ਕਰਨੇ ਨੇ ਕੁਆਲਿਟੀ ਦੇ ਕਰੈਕਟਰਿਸਟਿਕਸ ਡਿਸਕਸ ਤੁਹਾਡੇ ਨਾਲ। ਸਭ ਤੋਂ ਪਹਿਲਾਂ ਤਾਂ ਕੁਆਲਿਟੀ ਆਫ ਡਿਜ਼ਾਈਨ। ਹੁਣ ਕੁਆਲਿਟੀ ਆਫ ਡਿਜ਼ਾਈਨ ਕੀ ਹੈ? ਜਦੋਂ ਵੀ ਕਿਸੇ ਕੰਪੋਨੈਂਟ ਨੂੰ ਡਿਜ਼ਾਈਨ ਕੀਤਾ ਜਾਂਦਾ ਆ,
ਉਹਦੇ ਵਿੱਚ ਇਹ ਖਾਸ ਕਰਕੇ ਖਿਆਲ ਕਰਨਾ ਹੈ ਅਸੀਂ ਵੀ ਉਹਦਾ ਡਿਜ਼ਾਈਨ ਮੈਨੂਫੈਕਚਰਿੰਗ ਫਰੈਂਡਲੀ ਹੋਣਾ ਚਾਹੀਦਾ ਹੈ, ਮੈਨੂਫੈਕਚਰ ਹੋ ਜਾਏ ਆਰਾਮ ਨਾਲ। ਇਹ ਨਾ ਹੋਵੇ ਵੀ ਮੈਂ ਕੁਝ ਡਿਜ਼ਾਈਨ ਹੀ ਇਦਾਂ ਦਾ ਕਰ ਦਿੱਤਾ, ਜਦੋਂ ਇੰਡਸਟਰੀ ਦੇ ਵਿੱਚ ਮੈਂ ਉਹਨੂੰ ਤਿਆਰ ਕਰਨ ਨੂੰ ਦਿੱਤਾ ਜਾਂ ਮੈਂ ਵਰਕਰ ਨੂੰ ਤਿਆਰ ਕਰਨ ਨੂੰ ਦਿੱਤਾ, ਇੰਜੀਨੀਅਰਸ ਨੂੰ ਤਿਆਰ ਕਰਨ ਨੂੰ ਦਿੱਤਾ, ਉਹਨਾਂ ਕੋਲੋਂ ਤਿਆਰ ਹੀ ਨਹੀਂ ਹੋ ਰਿਹਾ। ਸੋ ਡਿਜ਼ਾਈਨ ਉਹਦਾ ਜਿਹੜਾ ਹੈਗਾ ਉਹਦੀ ਕੁਆਲਿਟੀ ਹੋਣੀ ਚਾਹੀਦੀ ਆ, ਤਾਂ ਜੋ ਆਪਾਂ ਜਦੋਂ ਤਿਆਰ ਕਰ ਦਿੱਤਾ ਉਦੋਂ ਈਜ਼ੀ ਰਵੇ, ਜਦੋਂ ਤਿਆਰ ਕਰਕੇ ਅਸੀਂ ਕਸਟਮਰ ਨੂੰ ਦੇ ਦਿੱਤਾ ਉਦੋਂ ਯੂਜ਼ ਕਰਨਾ ਹੀ ਈਜ਼ੀ ਰਵੇ, ਯੂਜ਼ਰ ਫਰੈਂਡਲੀ ਚੀਜ਼ ਹੋਵੇ। ਸੋ ਦੈਟ ਇਜ਼ ਨੋਨ ਐਜ਼ ਕੁਆਲਿਟੀ ਆਫ ਡਿਜ਼ਾਈਨ। ਇੱਕ ਮੈਂ ਅੱਗੇ ਗੱਲ ਕੀਤੀ ਹੋਈ ਹੈ ਕੁਆਲਿਟੀ ਐਸ਼ੋਰੈਂਸ ਦੀ। ਹੁਣ ਕੁਆਲਿਟੀ ਐਸ਼ੋਰੈਂਸ ਕੀ ਹੈ? confidence that a material component or system will perform satisfactory in service। ਇਹਦਾ ਕੀ ਮਤਲਬ ਆ? ਜਦੋਂ ਵੀ ਕਿਸੇ ਇੰਡਸਟਰੀ ਦੇ ਵਿੱਚ ਕੋਈ ਵੀ ਸਮਾਨ ਤਿਆਰ ਹੋ ਜਾਂਦਾ, ਫਾਈਨਲ ਪ੍ਰੋਡਕਟ ਤਿਆਰ ਹੋ ਜਾਂਦਾ, ਤੇ ਉਹਦੀ ਇੱਕ ਕੁਆਲਿਟੀ ਐਸ਼ੋਰੈਂਸ ਚੈੱਕ ਹੁੰਦਾ ਹੈ। ਕੁਆਲਿਟੀ ਐਸ਼ੋਰੈਂਸ ਦੇ ਵਿੱਚ ਉਹ ਚੈੱਕ ਕਰਦੇ ਨੇ ਕਿ ਜੋ ਕਸਟਮਰ ਨੇ ਸਾਨੂੰ ਕਿਹਾ ਸੀ ਕਿ ਇਹ ਕੰਪੋਨੈਂਟ ਉਸੇ ਤਰੀਕੇ ਦੇ ਨਾਲ ਪਰਫਾਰਮ ਕਰਦਾ ਪਿਆ ਹੈ ਜਾਂ ਨਹੀਂ ਕਰਦਾ ਪਿਆ ਪਰਫਾਰਮ, ਰਾਈਟ। ਹੁਣ ਜੇ ਉਹ ਉਸੇ ਤਰੀਕੇ ਨਾਲ ਪਰਫਾਰਮ ਕਰਦਾ ਤੇ ਉਹਨੂੰ ਕੁਆਲਿਟੀ ਐਸ਼ੋਰੈਂਸ ਅਪਰੂਵਲ ਮਿਲੇਗੀ, ਨਹੀਂ ਤਾਂ ਪ੍ਰੋਡਕਟ ਨੂੰ ਕੁਆਲਿਟੀ ਐਸ਼ੋਰੈਂਸ ਜਿਹੜੀ ਅਪਰੂਵਲ ਨਹੀਂ ਮਿਲੇਗੀ। ਇਸ ਤੋਂ ਇਲਾਵਾ ਕੋਈ ਵੀ ਪ੍ਰੋਡਕਟ ਜਿਹੜੇ ਲਾਂਚ ਮਾਰਕੀਟ ਦੇ ਵਿੱਚ ਦੇਣ ਤੋਂ ਪਹਿਲਾਂ ਉਹਦੇ ਸੇਫਟੀ ਫੈਕਟਰਸ ਚੈੱਕ ਕੀਤੇ ਜਾਂਦੇ ਨੇ ਕਿ ਇਹਦੇ ਵਿੱਚ ਜਿਹੜੇ ਸਰਟਨ ਸੇਫਟੀ ਫੈਕਟਰਸ ਹੈਗੇ ਆ ਕਿ ਉਹ ਪ੍ਰੋਪਰਲੀ ਕੰਮ ਕਰਦੇ ਪਏ ਆ, ਕਿ ਮੇਰਾ ਪ੍ਰੋਡਕਟ ਕਿਤੇ ਜਾ ਕੇ ਫੇਲ ਤਾਂ ਨਹੀਂ ਹੋ ਜਾਏਗਾ। ਜਿਵੇਂ ਤੁਸੀਂ ਐਗਜ਼ਾਮਪਲ ਲੈ ਕੇ ਚੱਲੋ, ਜਿਵੇਂ ਕੁਝ ਬੱਚੇ ਆਪਣੇ ਆਟੋਮੋਬਾਈਲਸ ਨਾਲ ਰਿਲੇਟਡ ਵੀ ਮੇਰੇ ਇਸ ਕਲਾਸ ਦੇ ਵਿੱਚ ਬੈਠੇ ਹੋਏ ਨੇ, ਕੁਝ ਟੀਚਰਸ ਵੀ ਬੈਠੇ ਹੋਏ ਨੇ। ਜਦੋਂ ਅਸੀਂ ਕੋਈ ਗੱਡੀ ਤਿਆਰ ਕਰ ਦਿੱਤੀ, ਮਾਜ਼ਦਾ ਨੇ ਮੰਨ ਲਓ ਤਿਆਰ ਕਰ ਦਿੱਤੀ, ਉਸ ਤੋਂ ਬਾਅਦ ਮਾਜ਼ਦਾ ਦੇ ਵਿੱਚ ਜੇ ਤੁਸੀਂ ਬੱਚੇ ਵਿਜ਼ਿਟ ਕਰਦੇ ਹੋ, ਟੀਚਰਸ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਆ, ਤੇ ਤੁਸੀਂ ਦੇਖਿਓ ਜਿਹੜੇ ਉਹ ਉੱਥੇ ਉਹਨਾਂ ਨੇ ਬੜਾ ਇੱਕ ਰਫ ਜਿਹਾ ਟਰੈਕ ਬਣਾਇਆ ਹੋਇਆ ਆ, ਉੱਥੇ ਜਿਹੜਾ ਵੀ ਟਰੱਕ ਹੈਗਾ, ਜਿਹੜਾ ਵਹੀਕਲ ਆ, ਉਹਨੂੰ ਪੂਰੀ ਸਪੀਡ ਦੇ ਨਾਲ ਚਲਾ ਕੇ ਦੇਖਦੇ ਨੇ। ਉੱਥੇ ਸਪੀਡ ਬ੍ਰੇਕਰ ਆ, ਯੂ ਟਰਨਸ ਲੱਗੇ ਹੋਏ ਨੇ, ਬਹੁਤ ਉੱਥੇ ਸੇਫਟੀਜ਼ ਦਿੱਤੀਆਂ ਹੋਈਆਂ ਨੇ, ਬਹੁਤ ਜ਼ਿਆਦਾ ਜਿਹੜੇ ਤੁਸੀਂ ਰੈਸ਼ ਚਲਾ ਸਕਦੇ ਹੋ, ਰਫ ਰੋਡ ਵੀ ਹੈਗੀ ਆ, ਟਰਨਸ ਵੀ ਨੇ, ਬੰਪ ਆਪਣੇ ਸਪੀਡ ਬ੍ਰੇਕਰਸ ਵੀ ਲੱਗੇ ਹੋਏ ਆ। ਸੋ ਇਦਾਂ ਦਾ ਉਹ ਦੇਖਦੇ ਨੇ ਕਿ ਜਿਹੜਾ ਪ੍ਰੋਡਕਟ ਆਪਾਂ ਤਿਆਰ ਕਰਕੇ ਮਾਰਕੀਟ ਦੇ ਵਿੱਚ ਦਿੰਨੇ ਪਏ ਆ ਕਿ ਉਹਦੀਆਂ ਇਹ ਸਾਰਾ ਸਸਪੈਂਸ਼ਨ ਸਿਸਟਮ ਠੀਕ ਕੰਮ ਕਰਦਾ ਪਿਆ, ਕਿ ਕਿਤੇ ਕਮਾਣੀ ਫੇਲੀਅਰ ਤਾਂ ਨਹੀਂ ਹੋ ਜਾਂਦਾ, ਥੱਲੇ ਲੀਫ ਸਪਰਿੰਗ ਇਹਦਾ ਫੇਲ ਤਾਂ ਨਹੀਂ ਹੋ ਰਿਹਾ, ਕਿ ਬ੍ਰੇਕਾਂ ਠੀਕ ਕੰਮ ਕਰਦੀਆਂ ਪਈਆਂ ਨਹੀਂ ਕਰਦੀਆਂ ਪਈਆਂ, ਸਟੀਅਰਿੰਗ ਸਿਸਟਮ ਪ੍ਰੋਪਰ ਕੰਮ ਕਰਦਾ ਪਿਆ ਨਹੀਂ ਕਰਦਾ ਪਿਆ, ਕਿ ਮੇਰਾ ਵਾਹੀਕਲ ਦੀ ਪਿੱਛੇ ਚੈਸੀ ਲਾਈ ਹੋਈ ਆ, ਪਿੱਛੇ ਜੋ ਵੀ ਉਹਨੇ ਕੀਤਾ ਕਿ ਉਹਦੀ ਸੈਂਟਰ ਆਫ ਗ੍ਰੈਵਿਟੀ ਪ੍ਰੋਪਰ ਹੈਗੀ ਆ, ਇਹ ਤਾਂ ਨਹੀਂ ਯੂ ਟਰਨ ਲਾਵਾਂਗਾ ਪਲਟੀ ਮਾਰ ਜਾਂਦਾ ਪਿਆ ਮੇਰਾ ਵਾਹੀਕਲ, ਕੁਛ ਉਹਦੇ ਚ ਗੜਬੜ ਤਾਂ ਨਹੀਂ ਹੈ। ਸੋ ਇਹ ਹੁੰਦੀ ਕੁਆਲਿਟੀ ਇੰਸ਼ੋਰੈਂਸ। ਪ੍ਰੋਡਕਟ ਤਿਆਰ ਹੋਣ ਤੋਂ ਪਹਿਲਾਂ ਕੰਪਨੀ ਨੇ ਇਹ ਅਸ਼ੋਰ ਕਰਨਾ ਕਿ ਉਹਦਾ ਪ੍ਰੋਡਕਟ ਜਿਹੜਾ ਹੈਗਾ ਆ ਉਹ ਸੈਟਿਸਫੈਕਟਰੀ ਅੱਗੇ ਜਾ ਕੇ ਕੰਮ ਕਰੇ, ਤਾਂ ਜੋ ਜਿਹੜਾ ਕਸਟਮਰ ਹੈਗਾ ਉਹ ਖੁਸ਼ ਰਵੇ, ਉਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਨੈਕਸਟ ਇਜ਼ ਕੁਆਲਿਟੀ ਕੰਟਰੋਲ। ਕੁਆਲਿਟੀ ਕੰਟਰੋਲ ਕੀ ਹੈਗਾ? ਰੋਲ ਕੀ ਹੈ ਕੁਆਲਿਟੀ ਕੰਟਰੋਲ ਦਾ? ਡਿਫੈਕਟ ਪ੍ਰੀਵੈਂਸ਼ਨ। ਕੋਈ ਵੀ ਜਦੋਂ ਕੰਪੋਨੈਂਟ ਤਿਆਰ ਹੁੰਦਾ ਪਿਆ ਆ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਫੈਕਟ ਨਾ ਪਵੇ। ਜਦੋਂ ਜੇ ਕੋਈ ਚੱਲਦੀ ਹੋਈ ਪ੍ਰੋਸੈਸ ਦੇ ਵਿੱਚ ਡਿਫੈਕਟ ਪੈ ਗਿਆ ਤੇ ਇੱਕ ਕੁਆਲਿਟੀ ਕੰਟਰੋਲ ਡਿਪਾਰਟਮੈਂਟ ਹੁੰਦਾ, ਉਹਨੇ ਇਮੀਡੀਏਟਲੀ ਪ੍ਰੋਸੈਸ ਨੂੰ ਬੰਦ ਕਰਨਾ, ਇਮੀਡੀਏਟਲੀ ਪ੍ਰੋਸੈਸ ਨੂੰ ਬੰਦ ਕਰਕੇ ਉਹ ਜਿਹੜਾ ਵੀ ਡਿਫੈਕਟ ਪੈ ਰਿਹਾ ਉਹਨੂੰ ਰੈਕਟੀਫਾਈਡ ਕਰਨਗੇ ਔਰ ਪ੍ਰੋਸੈਸ ਨੂੰ ਦੁਬਾਰਾ ਚਲਾਉਣਗੇ। ਡਿਊਰਿੰਗ ਪ੍ਰੋਸੈਸ ਜਿਹੜੇ ਡਿਫੈਕਟ ਕੰਟਰੋਲ ਕੀਤੇ ਜਾਂਦੇ ਨੇ ਉਹਨੂੰ ਕੁਆਲਿਟੀ ਕੰਟਰੋਲ ਕਿਹਾ ਜਾਂਦਾ, ਰਾਈਟ। ਹੁਣ ਕੁਆਲਿਟੀ ਕੰਟਰੋਲ ਦਾ ਇੱਕ ਤਾਂ ਕੰਮ ਇਹ ਹੋ ਗਿਆ ਕਿ ਜਦੋਂ ਪ੍ਰੋਸੈਸ ਚੱਲਦੀ ਪਈ ਹੈ ਜਿਹੜੇ ਡਿਫੈਕਟਸ ਪੈਂਦੇ ਪਏ ਉਹਨੂੰ ਠੀਕ ਕਰਨਾ। ਇੱਕ ਕੁਆਲਿਟੀ ਕੰਟਰੋਲ ਦੀ ਇਹ ਹੈ ਕਿ ਜਿਹੜੇ ਰਿਪੀਟਿਡ ਸਾਡੇ ਡਿਫੈਕਟ ਆਉਂਦੇ ਪਏ, ਅੱਜ ਵੀ ਪ੍ਰੋਬਲਮ ਆਈ, ਕੱਲ ਫੇਰ ਉਦਾਂ ਦੀ ਪ੍ਰੋਬਲਮ ਆ ਗਈ, ਪਿੱਛੇ ਵੀ 2 ਹਫ਼ਤਿਆਂ 'ਚ ਇਹ ਪ੍ਰੋਬਲਮ ਰਿਪੀਟ ਹੁੰਦੀ ਹੈ, ਉਸ ਡਿਫੈਕਟ ਨੂੰ ਪਰਮਾਨੈਂਟਲੀ ਖਤਮ ਕਰਨਾ, ਉਹਨੂੰ ਰਿਜ਼ੋਲਵ ਕਰਨਾ, ਉਹਦੇ ਰੂਟ ਕਾਜ਼ ਲੱਭਣੇ, ਰੂਟ ਕਾਜ਼ ਕਰਕੇ ਉਹਨੂੰ ਖਤਮ ਕਰ ਦੇਣਾ, ਦੈਟ ਇਜ਼ ਨੋਨ ਐਜ਼ ਕੁਆਲਿਟੀ ਕੰਟਰੋਲ। ਸੋ ਦੋ ਗੱਲਾਂ ਨੇ, ਕੁਆਲਿਟੀ ਐਸ਼ੋਰੈਂਸ ਐਂਡ ਕੁਆਲਿਟੀ ਕੰਟਰੋਲ, ਇਹ ਦੋਨੋਂ ਇੱਕ ਦੂਜੇ ਦੇ ਉੱਤੇ ਡਿਪੈਂਡੈਂਟ ਨੇ। ਜੇ ਮੈਂ ਕੁਆਲਿਟੀ ਕੰਟਰੋਲ ਨੂੰ ਸਹੀ ਤਰੀਕੇ ਦੇ ਨਾਲ ਕੰਮ ਕਰ ਲੈਣਾ ਕੁਆਲਿਟੀ ਕੰਟਰੋਲ ਦੇ ਉੱਤੇ, ਕੁਆਲਿਟੀ ਐਸ਼ੋਰੈਂਸ ਆਪਣੇ ਆਪ ਹੀ ਫੁੱਲਫਿਲ ਹੋ ਜਾਏਗੀ। ਨੀਚੇ ਦੇਖੋ ਮੈਂ ਇੱਕ ਡਾਇਗਰਾਮ ਬਣਾਈ ਹੋਈ ਆ,
एक साइड ते QA लिखा होया, एक साइड ते QC लिखा होया। QA मीनस क्वालिटी एश्योरेंस, QC मीनस क्वालिटी कंट्रोल। ये दोनों जिले बैलेंस्ड ने तां किसी भी तरह का डिफेक्टिव मटीरियल अपना कस्टमर्स दे कोल नहीं जा सकता। सो ड्यूरिंग द प्रोसेस वी हैव टू कंट्रोल ऑन द क्वालिटी, दैट इज नोन एज क्वालिटी कंट्रोल। डिफेक्ट प्रिवेंशन करनी है और उन्होंने रूट कॉज फाइंड आउट करके उन्होंने रिजॉल्व करना इज नोन एज क्वालिटी कंट्रोल। क्वालिटी एश्योरेंस की हैगी आ कि असी जिले प्रोडक्ट तैयार हो गया उन्होंने कस्टमर तो जान तो पहला उसकी परफॉर्मेंस नू एज पर रिक्वायरमेंट चेक करना। सो तुहाडे विचों भी कई ट्रेनीज इदां दे ने जिन्हां ने अगे जाके इंडस्ट्री दे विच क्वालिटी एश्योरेंस डिपार्टमेंट, क्वालिटी कंट्रोल डिपार्टमेंट्स दे विच जाके काम करदा ने, जिहड़े कंपोनेंट्स बनते हैं उन्हां नू चेक करना। ये बहुत ही ज़्यादा रिस्पॉन्सिबल डिपार्टमेंट है, राइट। सो मेरे हिसाब नाल तुहानू ये बहुत चंगी तरह तीन चीज़ां समझ आईयां होणगियां, क्वालिटी ऑफ डिजाइन, क्वालिटी ऑफ एश्योरेंस, क्वालिटी कंट्रोल। सो पेपर दे विच भी कई बार आ जाता वट इज द रोल ऑफ क्वालिटी कंट्रोल, की हैगा डिफेक्ट प्रिवेंशन या कंट्रोल ऑफ डिफेक्ट्स, राइट। कई बार आ जाता क्वालिटी एश्योरेंस का की है, वट इज द रोल ऑफ क्वालिटी एश्योरेंस की हैगा, ये फाइंड आउट करते हैं, कॉन्फिडेंस देंगे ने मटीरियल नू आफ्टर मैन्युफैक्चरिंग कि ये जो प्रोडक्ट हैगा एज पर रिक्वायरमेंट ऑफ कस्टमर्स हैगे, ये सेफ्टी फैक्टर्स जिहड़े असीं पाए आ वो पूरी तरह काम करते पे। सो ये बहुत इंपॉर्टेंट पॉइंट ने जिहड़े मैं तुहाडे नाल तीन डिस्कस किए ने। तुसीं खास करके क्वालिटी एश्योरेंस, क्वालिटी कंट्रोल नू डिफरेंशिएट करना। कई बार असीं जदों इंटरव्यू दे विच जाके बैठदे हां, जिहड़े इंटरव्यू लै रहे हुंदे ने वो सानू पुछ लैंदे ने कि क्वालिटी एश्योरेंस तो की तुहाडा मतलब है जी, क्वालिटी कंट्रोल तो की मतलब, दोनों नू किवें डिफरेंशिएट करदे हो क्वालिटी कंट्रोल और क्वालिटी एश्योरेंस नू। ये दो गल्लां बहुत जरूरी हैगियां, इन्हां नू खास करके अपने माइंड दे विच रखना। हुण असीं करने ने डिस्कस क्वालिटी टूल्स। क्वालिटी टूल्स जिहड़े हैगे ने, जदों असीं लोकां ने जाके इंडस्ट्री दे विच काम करना है, इंडस्ट्री दे विच कोई डेली कोई ना कोई नवी प्रॉब्लम आती है जां कुछ इदां दीयां प्रॉब्लम्स होंदियां हैं जिहड़ियां रिपीट हो रही आंदियां। हुण जिहड़ियां रिपीटिड प्रॉब्लम्स ने उहनां दे सानू रीजन नहीं पता लगदे, क्यों ये आ रही, किद्दां उहनूं हल किया जाए। सो जो कोई प्रॉब्लम इंडस्ट्री दे विच आंदियां पईयां उहनां नूं सॉल्व करन दे लई असीं क्वालिटी टूल्स यूज करते हैं, राइट। हुण क्वालिटी टूल्स जिहड़े आपां यूज करने आ, 7 तरह के क्वालिटी टूल्स हैगे आ। ये जिहड़े 7 क्वालिटी टूल्स ने प्रॉब्लम सॉल्विंग टेक्नीक्स आ, इंडस्ट्री दे विच आपां प्रॉब्लम नूं सॉल्व किद्दां करना। सो पेपर दे विच आ सकदा व्हाट इज द फंक्शन ऑफ क्वालिटी टूल्स, की फंक्शन हो गया, these are problem solving techniques, these are the problem solving techniques। और ये जिहड़े डेवलप होए सी, that were developed in the Japan, जिहड़े क्वालिटी गुरुज ने डेमिंग एंड जुरान। मैं पिछे गल कीती सीगी जिहड़े सब तो पहला मैं क्वालिटी नूं डिफाइन किया सीगा, दो तरह के मैं क्वालिटी गुरुज का नाम लिया सी, डेमिंग एंड जुरान। उन्होंने ये डेवलप किए ने जापान दे विच 7 क्वालिटी टूल्स, राइट। हुण एक इशिकावा भी क्वालिटी गुरुज ने जिन्हां ने ये क्लीयर किया है कि जे असीं ये 7 क्वालिटी टूल्स किसी इंडस्ट्री दे विच यूज करते पे हाँ तो उहदे नाल 95% ऑफ दी प्रॉब्लम्स जिहड़ियां हैगियां वो अपने आप रिजॉल्व हो जांदियां, सानू जोर लाने की जरूरत नहीं पैंदी, राइट। सो दीज आर यूज्ड टू फाइंड द रूट कॉज ऑफ एनी प्रॉब्लम। किसी भी प्रॉब्लम का रूट कॉज फाइंड करन दे लई सानू 7 क्वालिटी टूल्स की वरतों करनी पैंदी, राइट। हुण ये बड़े जरूरी, मैं इन्हां दे 2 मेजर रोल 7 क्वालिटी टूल्स दे डिस्कस किए ने। वन इज इट इज प्रॉब्लम सॉल्विंग टेक्निक्स, इट इज यूज्ड टू फाइंड द रूट कॉज ऑफ द प्रॉब्लम। किसी भी कॉज जिहड़ा हैगा आ ओदा कोई भी प्रॉब्लम हैगी आ ओदा रूट कॉज फाइंड आउट करन दी कि जड़ी बीमारी की है इनू उन्नू ठीक किया जाए। सो कई बार पेपर दे विच इन्हां दोनों दे विचों कुछ भी आ सकदा, और ये भी क्वेश्चन आ सकदा हाउ मैनी क्वालिटी टूल्स आर देयर, माइंड च रखियो, राइट। कितने क्वालिटी टूल्स ने, देयर आर 7 क्वालिटी टूल्स, 7 क्वालिटी टूल्स ने, राइट। हुण असीं देखना किहड़े-किहड़े 7 क्वालिटी टूल्स ने। कॉज एंड इफेक्ट डायग्राम,
ਉਹਦਾ ਫੰਕਸ਼ਨ ਕੀ ਹੈਗਾ, ਅਸੈਸ ਫੈਕਟਰ ਆਫ ਪ੍ਰੋਬਲਮਸ। ਮੈਂ ਪਹਿਲੇ ਪੜ੍ਹ ਦਿੰਦਾ ਹੈ ਸਾਰਿਆਂ ਨੂੰ, ਫਿਰ ਮੈਂ ਤੁਹਾਨੂੰ ਇਹਦੇ ਚ ਡਿਟੇਲ ਚ ਥੋੜਾ ਜਿਹਾ ਅੱਗੇ ਜਾ ਕੇ ਵੀ ਦੱਸਾਂਗਾ। ਪੈਰੀਟੋ ਡਾਇਗਰਾਮ, ਨੈਰੋ ਪ੍ਰੋਬਲਮ ਏਰੀਆ, ਕੰਟਰੋਲ ਚਾਰਟ, document dynamic changes for corrective actions, check sheet, easy data collection, stratification, effect of discrete causes। discrete ਦਾ ਮਤਲਬ ਹੁੰਦਾ ਕਿਸੇ causes ਨੂੰ ਆਪਾਂ separate ਕਰਨਾ, ਮੈਂ bracket ਦੇ ਵਿੱਚ ਲਿਖਿਆ ਹੋਇਆ, distinct ਕਰਨਾ, separate ਕਰਨਾ। histogram indicates shapes of distribution, scatter diagram effect of continuous causes। ਇਹ 7 quality tools ਦਾ ਮੈਂ ਨਾਮ ਲਿਆ ਆ। function ਮੈਂ ਬਾਅਦ ਚ ਦੱਸਦਾ ਤੁਹਾਨੂੰ। cause and effect diagram, Pareto diagram, control chart, check sheet, stratification, histogram, scatter diagram। ਇਹ 7 quality tools ਆ। ਪੇਪਰ ਦੇ ਵਿੱਚ ਕਈ ਵਾਰੀ ਆ ਜਾਂਦਾ what is the function of Pareto diagram, ਤੇ ਤੁਸੀਂ ਇਹ ਜਿਹੜੇ ਅੱਗੇ ਫੰਕਸ਼ਨ ਲਿਖੇ ਇਹੀ ਆਊਗੀ ਵਰਡਿੰਗ ਤੁਹਾਨੂੰ ਹਮੇਸ਼ਾ। ਨੈਰੋ ਪ੍ਰੋਬਲਮ ਏਰੀਆ ਇਹੀ ਆਣਾ, ਇਸੇ ਤਰ੍ਹਾਂ ਹੀ ਟਰਮ ਆਊਗੀ ਤੁਹਾਨੂੰ ਯੂਜ਼ ਕਰਨ, ਕੁਝ ਨਹੀਂ ਹੋਰ ਆਣਾ, ਰਾਈਟ। ਇਸੇ ਤਰ੍ਹਾਂ ਚੈੱਕ ਸ਼ੀਟ ਦਾ ਕੀ ਫੰਕਸ਼ਨ ਹੈਗਾ, ਈਜ਼ੀ ਡਾਟਾ ਕਲੈਕਸ਼ਨ, ਉਹਦੇ ਚ ਇਹੀ ਛੋਟਾ ਜਿਹਾ ਆਪਸ਼ਨ ਦਿੱਤੀ ਹੋਏਗੀ। ਔਰ ਇਹ ਵੀ ਆ ਸਕਦਾ ਵਿਚ ਆਫ ਦੀ ਫੋਲੋਇੰਗ ਇਜ਼ ਦੀ ਕੁਆਲਿਟੀ ਟੂਲ। ਇਹਨਾਂ ਵਿੱਚੋਂ ਕੋਈ ਵੀ ਨਾਮ ਆ ਗਿਆ, ਤੁਸੀਂ ਚੂਜ਼ ਕਰਨਾ ਕਿ ਇਹ ਕੁਆਲਿਟੀ ਟੂਲ ਦਾ। ਹੋ ਸਕਦਾ ਤਿੰਨੋਂ ਹੀ ਕੁਆਲਿਟੀ ਟੂਲਸ ਦੇ ਨਾਮ ਆ ਜਾਂ ਥੱਲੇ ਲਿਖਿਆ ਹੋਵੇ ਆਲ ਆਫ ਅਬਵ, ਰਾਈਟ। ਫਿਰ ਤੁਸੀਂ ਆਲ ਆਫ ਅਬਵ ਨੂੰ ਕਰ ਦੇਣਾ, ਈਜ਼ੀ। 7 ਕੁਆਲਿਟੀ ਟੂਲਸ ਜਿਹੜੇ ਆ ਉਹਨਾਂ ਦੇ ਨਾਮ, ਇਹ ਜਿਹੜੇ 7 ਕੁਆਲਿਟੀ ਟੂਲਸ ਨੇ ਮੈਂ ਆਪਣੀਆਂ ਅਗਲੀਆਂ ਕਲਾਸਾਂ ਦੇ ਵਿੱਚ ਡਿਸਕਸ ਕਰਾਂਗਾ ਕਿ ਇਹ 7 ਕੁਆਲਿਟੀ ਟੂਲਸ ਨੂੰ ਆਪਾਂ ਯੂਜ਼ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ, ਰਾਈਟ। ਹੁਣ ਯੂਜ਼ ਕਿਹੜੇ ਤਰੀਕੇ ਨਾਲ ਕਰਨਾ, ਡਰਾ ਕਿਹੜੇ ਤਰੀਕੇ ਦੇ ਨਾਲ ਕਰਨਾ, ਇੰਪਲੀਮੈਂਟ ਕਿਹੜੇ ਤਰੀਕੇ ਦੇ ਨਾਲ ਕਰਨਾ, ਇੰਡਸਟਰੀ ਦੇ ਵਿੱਚ ਉਹਦੀ ਯੂਜ਼ ਕੀ ਹੈਗੀ, ਇੱਕ ਇੱਕ ਦੋ ਦੋ ਕਰਕੇ ਕੁਆਲਿਟੀ ਟੂਲਸ ਜਿਹੜੇ ਆ ਮੈਂ ਆਪਣੀਆਂ ਅਗਲੀਆਂ ਕਲਾਸਾਂ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗਾ। ਸੋ ਫਿਲਹਾਲ ਤੁਸੀਂ ਇੱਥੇ ਤੱਕ ਹੀ ਕਰਨਾ ਹੈ ਕਿ ਕੁਆਲਿਟੀ ਟੂਲਸ ਦੀ ਨੀਡ ਕੀ ਹੈ, ਕੁਆਲਿਟੀ ਟੂਲਸ ਕੀ ਹੁੰਦੇ ਨੇ, 7 ਕੁਆਲਿਟੀ ਟੂਲਸ ਦਾ ਜਿਹੜਾ ਕੀ ਨਾਮ ਹੈਗਾ ਆ, ਉਹਨਾਂ ਦੇ ਕੀ ਫੰਕਸ਼ਨ ਹੈਗੇ ਆ। ਇਹ ਬਹੁਤ ਅੱਜ ਦੀ ਡੇਟ ਦੇ ਵਿੱਚ ਅਸੀਂ ਇੰਨਾ ਹੀ ਕੰਪਲੀਟ ਕਰਨਾ ਆ। ਸੋ ਅੱਜ ਦਾ ਟੌਪਿਕ ਜਿਹੜਾ ਮੇਰਾ ਹੈਗਾ ਇਸ ਜਗ੍ਹਾ ਤੇ ਖਤਮ ਹੁੰਦਾ। ਇਸ ਤੋਂ ਇਲਾਵਾ ਮੈਂ ਥੋੜਾ ਜਿਹਾ ਤੁਹਾਡੇ ਨਾਲ ਡਿਸਕਸ ਕਰਦਾ ਸਕਰੀਨ ਨੂੰ। ਇੱਕ ਮੈਂ ਤੁਹਾਡੇ ਲਈ ਕੋਟੇਸ਼ਨ ਬੱਚਿਆਂ ਲਈ ਮੈਂ ਜ਼ਰੂਰ ਲਗਾਣਾ, ਇਟਸ ਇਨਕ੍ਰੈਡੀਬਲ ਵੈਨ ਸਕਿੱਲ ਐਂਡ ਪੈਸ਼ਨ ਕਮਸ ਟੂਗੈਦਰ। ਬੱਚਿਓ ਮਾਈਂਡ 'ਚ ਰੱਖਣਾ ਹੈ ਸਾਰਿਆਂ ਨੇ, ਮੇਰੇ ਪਾਰਟਿਸਿਪੈਂਟਸ ਵੀ ਸਾਰੇ ਜੇ ਮਾਈਂਡ 'ਚ ਰੱਖਣਗੇ। ਸਾਡੇ ਜਿਹੜੇ ਬੱਚੇ ਨੇ ਆਉਣ ਵਾਲਾ ਭਵਿੱਖ ਹੈਗਾ। ਇਨਕ੍ਰੈਡੀਬਲ ਵੈਨ ਸਕਿੱਲ ਐਂਡ ਪੈਸ਼ਨ, ਇਟਸ ਇਨਕ੍ਰੈਡੀਬਲ ਮੀਨਸ ਕੋਈ ਕੰਪੀਟੀਸ਼ਨ ਨਹੀਂ ਹੈ ਜਦੋਂ ਸਕਿੱਲ ਐਂਡ ਜਿਹੜਾ ਪੈਸ਼ਨ ਹੈਗਾ ਆ ਉਹ ਇਕੱਠੇ ਹੋ ਕੇ ਕੰਮ ਕਰਦੇ ਨੇ। ਇਕੱਠੇ ਹੋ ਕੇ ਪੈਸ਼ਨ ਕੀ ਹੈ, ਜੋ ਤੁਹਾਡੇ ਅੰਦਰ ਛੁਪਿਆ ਹੋਇਆ, ਜੋ ਤੁਹਾਡੇ ਅੰਦਰ ਸਕਿੱਲ ਹੈਗੀ ਆ, ਜੋ ਤੁਹਾਡੇ ਅੰਦਰ ਸਕਿੱਲਫੁਲਨੈਸ ਹੈਗੀ ਆ, ਜੋ ਪੈਸ਼ਨ ਆ, ਜਦੋਂ ਅਸੀਂ ਉਹ ਪੈਸ਼ਨ ਨੂੰ ਕੱਢ ਕੇ ਆਪਣੀ ਸਕਿੱਲ ਔਰ ਦੋਨਾਂ ਚੀਜ਼ਾਂ ਨੂੰ ਜੋੜ ਕੇ ਕੰਮ ਕਰਦੇ ਆ, ਇਹਨਾਂ ਦੀ ਕੰਬੀਨੇਸ਼ਨ ਦੇ ਨਾਲ ਕੰਮ ਕਰਦੇ ਆ, ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ, ਉਹਦੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦਾ। ਸੋ ਹਮੇਸ਼ਾ ਆਪਣੀ ਸਕਿੱਲ ਨੂੰ ਇਨਹਾਂਸ ਕਰਨਾ, ਆਪਣੇ ਪੈਸ਼ਨ ਨੂੰ ਬਾਹਰ ਲੈ ਕੇ ਆਉਣਾ, ਦੋਨਾਂ ਚੀਜ਼ਾਂ ਨੂੰ ਕੰਬਾਈਨ ਕਰਕੇ ਤੁਸੀਂ ਇੱਕ ਮਿਰੈਕਲ ਕਰ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ। ਅੱਜ ਦੀ ਮੇਰੀ ਸਲਾਈਡ ਖਤਮ ਹੁੰਦੀ ਹੈ, ਮੈਂ ਥੋੜਾ ਜਿਹਾ ਤੁਹਾਡੇ ਨਾਲ ਇੰਟਰੈਕਟ ਕਰਾਂਗਾ ਸਟਾਪ ਸ਼ੇਅਰਿੰਗ ਕਰਕੇ। ਸੋ ਆਈ ਹੋਪ ਕਿ ਤੁਸੀਂ ਜਿਹੜਾ ਮੇਰਾ ਕੰਸੈਪਟ ਹੈਗਾ ਕੁਆਲਿਟੀ ਕੰਸੈਪਟ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਿਆ ਹੋਊਗਾ। ਸਮ ਆਫ ਮਾਈ ਪਾਰਟਿਸਿਪੈਂਟਸ ਆਰ ਆਲਸੋ ਦੇਅਰ ਫਰੋਮ ਅਦਰ ਸਟੇਟਸ। ਥੋੜਾ ਜਿਹਾ ਮੈਂ ਉਹਨਾਂ ਨਾਲ ਦੱਸਣਾ ਚਾਹੁੰਦਾ ਉਹਨਾਂ ਨੂੰ ਥੋੜਾ ਜਿਹਾ, ਕਿਉਂਕਿ ਉਹਨਾਂ ਨੂੰ ਹਿੰਦੀ ਮੈਨੂੰ बोलनी पड़ेगी थोड़ी जी, अदर स्टेट्स तो बैठे हुए ने। सो हमारे जो पंजाब में ऑनलाइन ट्रेनिंग को बहुत ज़ोरों से पढ़ाया जा रहा है। सारे टीचर्स जो ITIs के हैं वो बच्चों को ऑनलाइन ट्रेनिंग्स वेरियस एप्स यूज़ करके दे रहे हैं। इसी पीछे कुछ हफ्तों में हमने बच्चों के पेपर लिए हैं, ऑनलाइन ही पेपर लिए हैं, और पेपर अभी एम्प्लॉयबिलिटी स्किल्स हो गया। आज भी बच्चों का 11 बजे जो है वर्कशॉप कैलकुलेशन एंड साइंस का पेपर है, इसलिए जब मैं क्लास भी 5-7 मिनट पहले छोड़ूंगा ताकि जो बच्चे मेरे पेपर वो दे सकें। उसके बाद एक शेड्यूल हम लोगों ने पंजाब में बनाया हुआ बच्चों का ऑनलाइन एग्जाम्स लेने के लिए, ताकि जो बच्चों की जो स्टडीज़ हैं वो इफेक्ट ना करे और उनकी ऑनलाइन पेपर के लिए प्रैक्टिस हो जाए और ज़्यादा से ज़्यादा बच्चे जो हमारे हैं वो रिजल्ट अच्छा से अच्छा दे सकें। इसलिए हमने ऑनलाइन एग्जामिनेशंस पंजाब में कंडक्ट कर रहे हैं। इसलिए हमारे डिपार्टमेंट बहुत ज़्यादा इस पे लेबर कर रहे हैं, बहुत मेहनत कर रहे हैं कि बच्चों को हम अपलिफ्ट करें, उनका जो लेवल है उसको इंक्रीज किया जाए, उनको इंडस्ट्री के हिसाब से तैयार किया जाए। तो आज जो हमारा ये डिस्कस हुआ था कि जो पेपर हमने पंजाब में लिया है, बच्चे जोड़ा पेपर असी पंजाब दे विच लिया आ
वो असी अज डिस्कस करना एम्प्लॉयबिलिटी स्किल्स का जोड़ा पेपर से किहड़े क्वेश्चन सीगे और वो क्वेश्चन का आंसर की होना चाहिए सी और क्यों होना चाहिए सीगा। ये मेरे स्टूडेंट्स बैठे हुए ने, कुछ पंजाब के मेरे टीचर्स भी बैठे हुए ने, उन्होंने लिए खास करके भी थोड़ा जिहा आपां बच्चों नाल डिस्कस कर लीए। इस डिसाइड होया सी भी आपां सेंट्रलाइज करके इस चीज़ नूं डिसाइड कर लीए, सारे डिस्कस कर लेंगे बच्चे। सो मैं दोबारा स्क्रीन शेयर करता पिया, सारिਆਂ ਨੂੰ मेरी स्क्रीन विजिबल होएगी। सो सब तो पहला जिहड़ा पेपर सीगा द एक्सपेंशन ऑफ ATM, राइट। एक सेकंड बच्चों, राइट। सो एक्सपेंशन का की मतलब होंदा, मीनस फुल फॉर्म ऑफ ATM। फुल फॉर्म ऑफ ATM काफ़ी बच्चों ने ठीक किया है। तुसी जिहड़ा अपना पैसे बैंक के विचों कढांदे हो, अजकल जिहड़ा बैंक के विच घट जाना पैंदा, सानू ATMs दे विच जाना पैंदा है। सो इहदा जिहड़ा राइट आंसर सीगा वो सीगा ऑटोमेटिक टैलर मशीन। हुण ऑटोमेटिक टैलर मशीन जिहड़ा ATM की फुल फॉर्म हैगी ऑटोमेटिक टैलर मशीन। जिहड़ा मैं पिछे चैप्टर डिस्कस किया सी प्रोडक्टिविटी एफिशिएंसी एट वर्क प्लेस, ये ਉਹਦੇ ਵਿੱਚੋਂ क्वेश्चन आ, बट मैं थोड़ा जिहा इस टॉपिक नूं डिस्कस नहीं किया सी। ਉਹਦੇ ਵਿੱਚ एक परसनल बैंकिंग टॉपिक हैगा। परसनल बैंकिंग ਦੇ ਵਿੱਚ ਸਾਡੇ ਬੱਚਿਆਂ ਲਈ ਇੱਕ ਉਹਦੇ ਵਿੱਚ टॉपिक हैगा कि किन्ने तरह के अकाउंट ਹੁੰਦੇ ਨੇ। ਜਦੋਂ ਅਸੀਂ बैंक ਦੇ ਵਿੱਚੋਂ पैसे निकलवाने आ, ਕਿਹੜੇ-ਕਿਹੜੇ प्रोसैसिस ने पैसे विड्रॉल ਕਰਨ ਦੇ, ਜਦੋਂ ਅਸੀਂ अकाउंट ਖੁਲਵਾਉਣਾ ਕੀ रिक्वायरमेंट्स ਹੁੰਦੀਆਂ ਨੇ। सो ये थोड़ा जिहा टॉपिक अगे जाके ਅਸੀਂ पंजाब लैवल ਤੇ डिस्कस करांगे। ATM जिहड़ी मशीन जिथे जाके तुसी पैसे निकलांदे हो, एक डेबिट कार्ड जां जिहड़ा ATM कार्ड जिन्हों तुसी कहंदे हो, वो जाके उत्थे इंसर्ट करदे हो और पैसे बाहर आंदे ने, उहदा सारियां ने ऑटोमेटिक टैलर मशीन इहदा आंसर सीगा। बच्चे इस तो बाद एक क्वेश्चन सी, द इंटरप्राइजेज एंगेज्ड इन प्रोडक्शन ऑफ गुड्स इज नोन एज। ये टॉपिक मैं तुहाडे नाल डिस्कस हले नहीं किया क्योंकि उसकी टर्न नहीं आई, क्योंकि ये फस्ट चैप्टर जिहड़ा तुहाडा हैगा आ एंटरप्रेन्योरशिप स्किल्स, ਉਹਦੇ ਵਿੱਚੋਂ ਚੱਕਿਆ ਗਿਆ है क्वेश्चन। सो ਆਪਾਂ जे देखिए एक MSMED माइक्रो स्मॉल मीडियम इंटरप्राइजेस डेवलपमेंट एक्ट पास होया सी 2006 ਦੇ ਵਿੱਚ, 2006 ਦੇ ਵਿੱਚ। ਉਹਦੇ ਵਿੱਚ जिन्ने भी माइक्रो स्मॉल मीडियम इंटरप्राइजेस सी उन्हां नूं दो तरीके दे नाल क्लासीफाई कीता सी, एक मैन्युफैक्चरिंग इंटरप्राइजेस, एक सर्विस इंटरप्राइजेस। दो तरीके नाल आपां क्लासीफाई करते हैं। हुण मैन्युफैक्चरिंग इंटरप्राइजेस किहड़े कहंदे आ, जिहड़ा कोई ना कोई कंपोनेंट तैयार करदा पिया, फिजिकल कंपोनेंट कोई तैयार करदा पिया, उहनूं आपां मैन्युफैक्चरिंग इंटरप्राइजेस कहने। और जिहड़े सर्विसेज दे रहे आ, हुण सर्विसेज की जिवें इंश्योरेंस कंपनियां हो गईयां, साडे इंटरनेट सर्विस प्रोवाइडर्स हो गए, ये सर्विसेज सानू प्रोवाइड करते पे। सो MSMED एक्ट पास होया सी 2006 ਦੇ ਵਿੱਚ। ਸਾਰਿਆਂ ਨੇ नोट भी करना है ईयर, ये भी पेपर ਦੇ ਵਿੱਚ आ सकता। when was the MSMED एक्ट was passed? It was passed in 2006। ਉਹਦੇ ਵਿੱਚ ਕੀ ਹੋਇਆ ਸੀ, ਕਿੰਨੇ ਤਰੀਕੇ ਨਾਲ ਕਲਾਸੀਫਾਈ ਕੀਤਾ ਗਿਆ ਸੀ? ਦੋ ਤਰੀਕੇ ਦੇ ਨਾਲ, ਇੱਕ ਮੈਨੂਫੈਕਚਰਿੰਗ ਸੀਗਾ, ਦੂਸਰਾ ਸਰਵਿਸ ਇੰਟਰਪ੍ਰਾਈਜ਼ ਸੀ। ਇਹ ਹੁਣ ਉਹੀ ਕੁਐਸਚਨ ਪੁੱਛਦੇ ਪਏ ਆ, ਬਹੁਤ ਵਧੀਆ ਤਰੀਕੇ ਦੇ ਨਾਲ, बहुत अच्छे क्वेश्चन इस पेपर ਦੇ ਵਿੱਚ ਸੈਟਅਪ ਕੀਤੇ ਗਏ ਆ ਤੁਹਾਡੇ ਲਈ। ਦੀ ਇੰਟਰਪ੍ਰਾਈजेस और मैं चलो बाद च गल करदा ਤੁਹਾਡੇ ਨਾਲ, एक क्वेश्चन तो बाद ਅੱਗੇ शेयर करके फिर मैं ਅੱਗੇ ਚੱਲਾਂ। द इंटरप्राइजेस एंगेज्ड इन द प्रोडक्शन ऑफ गुड्स। देखो प्रोडक्शन ऑफ गुड्स आ गया। क्लासीफिकेशन ਜਿਹੜੇ ਉਹਨਾਂ ਨੇ MSMED ਦੀ ਕੀਤੀ ਸੀਗੀ, ਉਹਦੇ ਵਿੱਚ ਕਿਹਾ ਸੀਗਾ ਜਿਹੜਾ ਵੀ ਮੈਨੂਫੈਕਚਰਿੰਗ ਇੰਟਰਪ੍ਰਾਈजेस ਆ ਉਹ ਪ੍ਰੋਡਕਸ਼ਨ ਦੇ ਵਿੱਚ ਕਲਾਸੀਫਾਈ ਕਰਦਾ। ਸੋ ਇਹਦਾ ਐਗਜ਼ੈਕਟ ਆਨਸਰ ਜਿਹੜਾ ਸੀਗਾ ਉਹ ਮੈਨੂਫੈਕਚਰਿੰਗ ਇੰਟਰਪ੍ਰਾਈजेस ਸੀ। मैक्रो कोई वर्ड नहीं हैगा, माइक्रो हैगा, पर माइक्रो जिहड़ा हैगा आ वो मैन्युफैक्चरिंग इंटरप्राइजेस और सर्विस इंटरप्राइजेस दे सब पार्ट च आता। माइक्रो जिहड़ा आ सर्विस इंटरप्राइजेस दे विच भी फॉल करदा और वो मैन्युफैक्चरिंग इंटरप्राइजेस दे विच भी फॉल करदा, राइट। मैक्रो कोई इदां दा वर्ड नहीं हैगा इहदे विच। सो माइक्रो वर्ड हैगा, बट इट इज द पार्ट ऑफ सर्विस इंटरप्राइजेस एंड मैन्युफैक्चरिंग इंटरप्राइजेस टू। सो द राइट आंसर वो इज मैन्युफैक्चरिंग इंटरप्राइजेस। सो बेटा एक मैं तुहाडे नाल रिकमेंडेशन करना चाहना है, सारे जिन्ने टीचर्स भी मेरे जुड़े हुए ने नाल और स्टूडेंट्स भी, एक निम्मी दियां बुक्स हैगियां ने
ਤੁਹਾਨੂੰ ਜ਼ਰੂਰ ਦਿਖਦੀ ਹੋਏਗੀ, ਰਾਈਟ। ਥੋੜਾ ਨਿੰਮੇ ਦੀਆਂ ਬੁੱਕਸ ਜਿਹੜੀਆਂ ਟੈਕਸਟ ਬੁੱਕ ਗਵਰਨਮੈਂਟ ਦੀਆਂ ਜਿਹੜੇ ਪਲੇਟਫਾਰਮ ਤੇ ਆਪਾਂ ਇਹ ਲੈਕਚਰ ਲੈ ਰਹੇ ਹਾਂ ਇਸ ਵੇਲੇ, ਨਿੰਮੇ ਦੀਆਂ ਬੁੱਕਸ ਨੂੰ ਰੈਫਰ ਕਰਿਆ ਕਰੋ। ਉਹਦੇ ਵਿੱਚ ਜਿਹੜੀ ਟਰਮੀਨੋਲੋਜੀ ਯੂਜ਼ ਕੀਤੀ ਹੋਈ, ਜਿਹੜੀਆਂ ਟਰਮਸ ਯੂਜ਼ ਕੀਤੀਆਂ ਨੋਰਮਲੀ ਪੇਪਰ ਦੇ ਵਿੱਚ ਉਹੀ ਟਰਮੀਨੋਲੋਜੀ ਯੂਜ਼ ਹੁੰਦੀ ਆ। ਜਿਹੜੀਆਂ ਤੁਹਾਡੀਆਂ ਬਾਕੀ ਲੋਕਲ ਬੁੱਕਸ ਨੇ, ਜਿਵੇਂ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਅਵੇਲੇਬਿਲਿਟੀ ਹੈਗੀ ਆ, ਉਹਨਾਂ ਨੂੰ ਰੈਫਰੈਂਸ ਬੁੱਕਸ ਆਪਾਂ ਐਜ਼ ਏ ਇਨਹਾਂਸ ਕਰਨ ਦੇ ਲਈ ਨੌਲੇਜ ਆਪਾਂ ਯੂਜ਼ ਕਰਨੀ ਆ। ਪਰ ਪੇਪਰ ਦੇ ਲਈ ਆਪਾਂ ਲੈ ਕੇ ਚੱਲੀਏ ਜਿਵੇਂ ਸਾਡੀਆਂ ਟੈਕਸਟ ਬੁੱਕਸ ਨਿੰਮੀ ਦੀਆਂ ਹੈਗੀਆਂ, ਉਹਨੂੰ ਯੂਜ਼ ਕਰਿਆ ਕਰੋ। ਉਹ ਬਹੁਤ ਯੂਜ਼ਫੁਲ ਬੁੱਕਸ ਨੇ ਔਰ ਉਹਨਾਂ ਦੇ ਪੇਪਰ ਵੀ ਮੈਕਸਿਮਮ ਉਹਨਾਂ ਟਰਮੀਨੋਲੋਜੀ ਦੇ ਵਿੱਚੋਂ ਹੀ ਆਉਂਦਾ, ਉਹੀ ਟਰਮਸ ਯੂਜ਼ ਕੀਤੀਆਂ ਹੁੰਦੀਆਂ ਨਿੰਮੀ ਵਾਲੀਆਂ ਬੁੱਕਸ ਵਾਲੀਆਂ। ਸੋ ਇਹਦਾ ਆਂਸਰ ਡਿਸਕਸ ਹੋ ਗਿਆ। ਨੈਕਸਟ ਦੇਖੋ ਉੱਤੇ ਲਿਖਿਆ ਹੋਇਆ MSME, ਉੱਪਰ ਹੀ ਮੈਂ ਡਿਸਕਸ ਕੀਤਾ ਸੀਗਾ ਮੈਨੂਫੈਕਚਰਿੰਗ ਐਂਟਰਪ੍ਰਾਈਜ਼ਸ। ਦੇਖੋ ਇਹਦੇ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਇੱਥੇ ਕਿ MSMED ਐਕਟ ਪਾਸ ਹੋਇਆ ਸੀ 2006 ਦੇ ਵਿੱਚ। ਇਹ ਦੇਖੋ ਤਿੰਨ ਇਹੀ ਕੁਐਸਚਨ ਦੁਬਾਰਾ ਇਹਨਾਂ ਨੇ ਪੁੱਛ ਲਿਆ ਜਿਨ੍ਹਾਂ ਨੇ ਸੈਟਅਪ ਕੀਤਾ। MSME ਸਟੈਂਡਸ ਫॉर, MSME ਦਾ ਕੀ ਮਤਲਬ ਆ, ਅੱਗੇ ਜਾ ਕੇ ਮੈਂ ਤੁਹਾਡੇ ਨਾਲ ਥੋੜਾ ਜਿਹਾ ਡਿਸਕਸ ਕਰਾਂਗਾ ਫਿਰ ਜਿਹੜੇ ਅਗਲੀਆਂ ਕਲਾਸਾਂ ਦੇ ਵਿੱਚ। that is micro, small and medium enterprises। ਮਾਈਕਰੋ ਸਕੇਲ ਕੋਈ ਇਦਾਂ ਦਾ ਵਰਡ ਨਹੀਂ ਹੈਗਾ। ਜਿਹੜਾ MSMED ਐਕਟ ਬਣਿਆ ਸੀ ਉਹਦੀ ਵੀ ਫੁੱਲ ਫਾਰਮ ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਈਜ਼ਸ ਆ। ਸੇ ਮਾਈਕਰੋ ਬਹੁਤ ਛੋਟੇ ਬਿਜ਼ਨਸ, ਸਮਾਲ ਬਿਜ਼ਨਸਿਸ ਐਂਡ ਮੀਡੀਅਮ ਬਿਜ਼ਨਸਿਸ। ਇੱਕ ਇਹਨਾਂ ਨੂੰ ਕਲਾਸੀਫਾਈ ਕਰਨ ਦਾ, ਇਹਨਾਂ ਨੂੰ ਕੈਟਾਗਰਾਈਜ਼ਡ ਕਰਾਉਣ ਦਾ ਇੱਕ ਇਨਵੈਸਟਮੈਂਟ ਦਾ ਤਰੀਕਾ ਹੈਗਾ, ਉਹ ਅੱਗੇ ਜਾ ਕੇ ਮੈਂ ਡਿਸਕਸ ਕਰਾਂਗਾ। ਅੱਗੇ ਜਾ ਕੇ ਇੱਕ ਕੁਐਸਚਨ ਵੀ ਤੁਹਾਡੇ ਨਾਲ ਇਹਦੇ ਨਾਲ ਰਿਲੇਟਡ ਇੱਕ ਕੁਐਸਚਨ ਹੋਰ ਪੁੱਛਿਆ ਹੋਇਆ। So the right answer for MSME is micro, small and medium enterprises. That was the right answer। ਸਾਰੇ ਬੱਚੇ ਨੋਟ ਕਰ ਲਓ। Next ਸੀਗਾ which one is a web based accounting। ਇਹ ਫਸਟ ਸਮੈਸਟਰ ਦੇ ਵਿੱਚੋਂ ਕੁਐਸਚਨ ਹੈਗਾ, ਜਿਹੜਾ ਸਾਡਾ ਜਿਹੜੇ ਫਸਟ ਬੁੱਕ ਸਟਾਰਟ ਹੁੰਦੀ ਹੈ ਸਾਡੀ, ਜਿਹਦੇ ਵਿੱਚ ਇੰਗਲਿਸ਼ ਲਿਟਰੇਸੀ, ਕਮਿਊਨੀਕੇਸ਼ਨ ਸਕਿੱਲਸ, IT ਲਿਟਰੇਸੀ ਆ, ਉਹਦਾ ਇਹ ਕੁਐਸਚਨ ਹੈਗਾ ਆ। Which one is a web based accounting। web based accounting ਇੱਕ ਤਾਂ ਅਕਾਊਂਟਿੰਗ ਦਾ ਕੰਮ ਹੁੰਦਾ ਜਿਹੜਾ ਲਿਖਤ ਪੜ੍ਹਤ ਆਪਾਂ ਰਜਿਸਟਰਾਂ ਦੇ ਉੱਤੇ ਕਰਦੇ ਆ। ਇੱਕ ਵੈਬ ਬੇਸਡ ਅਕਾਊਂਟਿੰਗ ਹੈਗੀ ਆ, ਉਹ ਟੈਲੀ ਹੈ ਬੱਚੇ। ਟੈਲੀ ਇਹਦਾ ਆਨਸਰ ਐਗਜ਼ੈਕਟਲੀ ਹੈਗਾ ਆ। ਇਹੀ ਸੌਫਟਵੇਅਰ ਆ ਜਿਹਦੇ ਨਾਲ ਅਸੀਂ ਅਕਾਊਂਟਿੰਗ ਕੰਮ ਵੈਬ ਬੇਸਡ ਕਰਦੇ ਆ। ਆਨਲਾਈਨ ਜਿਹੜਾ ਅਕਾਊਂਟਿੰਗ ਦਾ ਕੰਮ ਹੈਗਾ, that software is known as Tally। ਹੁਣ ਨੈਕਸਟ ਕੁਐਸਚਨ ਸੀਗਾ ਐਂਟਰਪ੍ਰੇਨਿਓਰਸ਼ਿਪ ਡਜ਼। ਐਂਟਰਪ੍ਰੇਨਿਓਰਸ਼ਿਪ ਕੀ ਕਰਦੀ ਆ? ਹੁਣ ਤਿੰਨ ਵਰਡ ਆ ਬੱਚੇ, ਇੱਕ ਐਂਟਰਪ੍ਰੇਨਿਓਰ, ਇੱਕ ਐਂਟਰਪ੍ਰੇਨਿਓਰਸ਼ਿਪ, ਇੱਕ ਐਂਟਰਪ੍ਰਾਈਜ਼ਸ। ਤਿੰਨਾਂ ਚੀਜ਼ਾਂ ਨੂੰ ਆਪਾਂ ਅੰਡਰਸਟੈਂਡ ਕਰਨਾ ਹੈ। ਐਂਟਰਪ੍ਰੇਨਿਓਰ ਉਹ ਵਿਅਕਤੀ ਆ ਜਿਹੜਾ ਆਪਣਾ ਬਿਜ਼ਨਸ ਖੁਦ ਰਨ ਕਰਦਾ ਪਿਆ। ਹੀ ਇਜ਼ ਦੀ owner of the business, he is known as entrepreneur। ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਆ, ਚਾਹੇ ਛੋਟੀ ਦੁਕਾਨ ਆ, ਚਾਹੇ ਬਹੁਤ ਵੱਡੀ ਫੈਕਟਰੀ ਆ, ਉਹਨੂੰ ਐਂਟਰਪ੍ਰੇਨਿਓਰ ਹੀ ਕਹਾਂਗੇ ਆਪਾਂ। ਸੋ the person who runs his own business is known as entrepreneur। entrepreneurship ਕੀ ਆ? skill to run the business। ਕਿਸ ਤਰੀਕੇ ਦੀ ਪ੍ਰੋਸੈਸ ਟੂ ਰਨ ਦੀ ਬਿਜ਼ਨਸ, ਕਿਸੇ ਬਿਜ਼ਨਸ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਚਲਾਉਣਾ, ਉਹਨੂੰ ਐਂਟਰਪ੍ਰੇਨਿਓਰਸ਼ਿਪ ਕਿਹਾ ਜਾਂਦਾ, ਜਿਹਨੂੰ ਸੈਲਫ ਇੰਪਲੋਇਮੈਂਟ ਕਹਿੰਦੇ ਆ। ਸੋ ਐਂਟਰਪ੍ਰੇਨਿਓਰਸ਼ਿਪ ਦਾ ਦੂਸਰਾ ਨਾਮ ਸੈਲਫ ਇੰਪਲੋਇਮੈਂਟ ਆ। ਇਹ ਯਾਦ ਰੱਖਣਾ, ਕਈ ਵਾਰੀ ਆ ਜਾਂਦਾ। ਐਂਟਰਪ੍ਰੇਨਿਓਰਸ਼ਿਪ ਇਜ਼ ਨੋਨ ਐਜ਼ ਸੈਲਫ ਇੰਪਲੋਇਮੈਂਟ, ਰਾਈਟ। ਸੈਲਫ ਇੰਪਲੋਇਮੈਂਟ ਇਜ਼ ਆਲਸੋ ਨੋਨ ਐਜ਼ ਐਂਟਰਪ੍ਰੇਨਿਓਰਸ਼ਿਪ। ਹੁਣ ਇਹ ਪੁੱਛਦਾ ਵੀ ਇਹ ਐਂਟਰਪ੍ਰੇਨਿਓਰਸ਼ਿਪ, ਕੋਈ ਬੰਦਾ ਆਪਣਾ ਬਿਜ਼ਨਸ ਰਨ ਕਰਦਾ ਪਿਆ ਤੇ ਕੀ ਫਾਇਦਾ ਹੋਏਗਾ? ਜੌਬ ਕ੍ਰੀਏਟ, ਓਬਵੀਅਸਲੀ ਜੇ ਆਪਾਂ ਕੰਮ ਕਰਾਂਗੇ ਤਾਂ 4 ਬੰਦੇ ਆਪਣੇ ਥੱਲੇ ਰੱਖਾਂਗੇ। ਪ੍ਰੋਵਾਈਡ ਸਰਵਿਸਿਜ਼, ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਾਂਗੇ। ਇਕਨੋਮਿਕ ਪ੍ਰੋਗਰੈਸ, ਜੇ ਮੇਰੀ ਇਕਨੋਮਿਕ ਪ੍ਰੋਗਰੈਸ ਵੀ ਹੋਏਗੀ ਮੈਨੂੰ ਜ਼ਿਆਦਾ ਪ੍ਰੋਫਿਟ ਆਏਗਾ, ਇਕਨੋਮਿਕ ਗਰੋਥ ਵੀ ਮੇਰੀ ਹੋ ਜਾਏਗੀ, ਰਾਈਟ। ਸੋ ਆਲ ਆਫ ਅਬਵ, ਓਬਵੀਅਸ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਫੁੱਲਫਿਲ ਕਰਦਾ ਪਿਆ ਐਂਟਰਪ੍ਰੇਨਿਓਰਸ਼ਿਪ, ਤੇ ਆਲ ਆਫ ਅਬਵ ਆ ਗਿਆ। ਸਵੌਟ। ਹੁਣ ਬੱਚੇ ਸਵੌਟ ਜਿਹੜਾ ਕਾਫੀ ਬੱਚਿਆਂ ਨੇ ਗਲਤ ਕੀਤਾ ਸੀਗਾ। ਮੇਰਾ ਪਹਿਲਾ ਚੈਪਟਰ ਜਿਹੜਾ ਹੈਗਾ ਆ ਉਹਦੇ ਵਿੱਚ ਹੀ ਸਵੌਟ ਐਨਾਲਿਸਿਸ ਆਉਂਦਾ। ਇੱਕ SWOT analysis ਦੀ ਫੁੱਲ ਫਾਰਮ ਆ ਗਈ ਸਟਰੈਂਥ, ਵੀਕਨੈਸਿਸ, ਓਪਰਚੁਨਿਟੀਜ਼ ਐਂਡ ਥ੍ਰੈਟਸ। ਇਹ ਇੱਕ ਮਾਰਕੀਟਿੰਗ ਸਟ੍ਰੈਟਜੀ ਆ। ਜਦੋਂ ਅਸੀਂ ਮਾਰਕੀਟਿੰਗ ਸਟ੍ਰੈਟਜੀ ਕਰਨੀ ਆ ਤੇ ਉਹਦੇ ਚ SWOT analysis ਕੀਤਾ ਜਾਂਦਾ ਆ, ਰਾਈਟ।
SWOT एनालिसिस, स्ट्रेंथ की है, वीकनेसिस की है, अपॉर्चुनिटीज की है एंड थ्रेट्स की है। इंडस्ट्री दियां जड़ियां स्ट्रेंथ हैगियां और वीकनेसिस ये इंटरनल फैक्टर आ, अपॉर्चुनिटी एंड थ्रेट्स जिहड़ा वो एक्सटर्नल फैक्टर हैगा। सो ਇਹਦਾ मीनिंग ही SWOT दा स्ट्रेंथ, वीकनेसिस, अपॉर्चुनिटीज एंड थ्रेट्स हो गया। तो S स्टैंड्स फॉर, ऑब्वियसली मैं स्ट्रेंथ बोलिया तो स्ट्रेंथ आंसर आएगा, राइट। S स्टैंड्स फॉर स्ट्रेंथ, इदा ही आ सकता W स्टैंड्स फॉर, O स्टैंड्स फॉर एंड T स्टैंड्स फॉर, राइट। आगे चलते हैं। ड्यूरिंग द ATM ऑथेंटिकेशन इज प्रोवाइडेड बाय द कस्टमर एंटरिंग। मेरे को बेटे टाइम घट रह गया थोड़ा जा, मैं रश अप करने लगा। सो ड्यूरिंग ATM ऑथेंटिकेशन इज प्रोवाइडेड बाय द, ये भी बेटे प्रोडक्टिविटी चैप्टर का जो पर्सनल बैंकिंग स्किल्स हैगा ਉਹਦਾ टॉपिक हैगा कि केड़ी चीज है, दैट इज नोन एज पिन, पर्सनल आइडेंटिफिकेशन नंबर, राइट, दैट इज पिन। ਇਹਦੇ 'ਚ ऑथेंटिकेशन अपनी देनी, ਜਦੋਂ ਆਪਾਂ ATM ਦੇ ਵਿੱਚ ਕਾਰਡ ਪਾ ਦਿੰਨੇ ਆ, ਜਦੋਂ ATM ਦੇ ਵਿੱਚ ਅਸੀਂ ਕਾਰਡ ਪਾਇਆ ਤਾਂ ਉਹ ਇੱਕ ਨੰਬਰ ਤੁਹਾਡੇ ਕੋਲੋਂ ਮੰਗਦਾ ਵੀ ਇਹ ਨੰਬਰ ਤੁਸੀਂ ਪੰਚ ਕਰੋ, दैट इज नोन एज पिन, राइट, पर्सनल आइडेंटिफिकेशन नंबर। ਇਹਦਾ आंसर पिन हो गया, PIN। माइक्रोसॉफ्ट विंडो इज ए भी फर्स्ट semester ਦਾ ਤੁਹਾਡਾ ਹੈਗਾ। माइक्रोसॉफ्ट विंडो इज ए ऑपरेटिंग सिस्टम, एन ऑपरेटिंग सिस्टम। प्रोडक्टिविटी कैन बी मेजर्ड इन विच ऑफ द फॉलोइंग रिसोर्स। मैं पहला प्रोडक्टिविटी चैप्टर ਨੂੰ डिस्कस कर चुका भी ਉਹਦੇ ਚ ਜਿਹੜੇ इनपुट रिसोर्सिस ਹੁੰਦੇ ਆ ਉਹ कैपिटल हो सकती है, लैंड हो सकती है, मटीरियल ਤੇ लेबर, ਇਹ ਮੈਂ ਪਹਿਲਾਂ ਆਲਰੇਡੀ डिस्कस कर चुका। ਇਸ ਕਰਕੇ ਇਹਦਾ ਆਨਸਰ ਜਿਹੜਾ ਸੀਗਾ ऑल ऑफ द अबव ਸੀਗਾ। GDP ਵੀ ਮੈਂ ਤੁਹਾਡੇ ਨਾਲ ਪਹਿਲੇ ਹੀ डिस्कस कर चुका। GDP ਬਹੁਤ डिटेल ਨਾਲ ਆਪਾਂ डिस्कस ਕੀਤਾ ਸੀ, दैट इज ग्रॉस डोमेस्टिक प्रोडक्ट। नंबर 3 ਤੇ ਜਿਹੜੀ ਆਪਸ਼ਨ ਹੈਗੀ ਹੈ ग्रॉस डोमेस्टिक प्रोडक्ट, ਇਹਦਾ GDP ਦਾ ਆਨਸਰ ਆਣਾ ਸੀਗਾ। GDP मैं ऑलरेडी ਤੁਹਾਡੇ ਨਾਲ डिस्कस कर चुका। लो प्रोडक्टिविटी विल लीड टू, ਹੁਣ ਜਿੱਥੇ ਪ੍ਰੋਡਕਟਿਵਿਟੀ ਘਟ ਗਈ, ਮੈਂ ਪਹਿਲਾਂ ਕਿਹਾ ਸੀਗਾ ਜੇ ਪ੍ਰੋਡਕਟਿਵਿਟੀ ਵੱਧਦੀ ਹੈ ਤਾਂ ਜੌਬ ਸਿਕਿਉਰਿਟੀ ਵਧੇਗੀ, ਇਨਕਰੀਜ਼ ਇਨ GDP ਆ ਜਾਏਗਾ, ਪੋਲੀਟੀਕਲ ਸਟੇਬਿਲਿਟੀ ਆ ਜਾਏਗਾ। ਸੋ ਇਹ ਸਾਰੀਆਂ ਚੀਜ਼ਾਂ ਤਾਂ ਪ੍ਰੋਡਕਟਿਵਿਟੀ ਵਧਣ ਨਾਲ ਆਉਂਦੀਆਂ। ਉਹ ਪੁੱਛਦਾ ਲੋ ਪ੍ਰੋਡਕਟਿਵਿਟੀ ਦੇ ਨਾਲ ਕੀ ਹੋ ਗਿਆ, ਜੇ ਪ੍ਰੋਡਕਟਿਵਿਟੀ ਘਟ ਜੂਗੀ ਤਾਂ ਕੀ ਹੋ ਜਾਏਗਾ, ਫਿਰ ਕੀ ਹੋ ਜਾਏਗਾ, ਡਿਕਰੀਜ਼ ਇਨ GDP ਪਰ ਕੈਪੀਟਾ। GDP ਪਰ ਕੈਪੀਟਾ ਹਰ ਇੱਕ ਬੰਦੇ ਦੀ ਪੋਪੂਲੇਸ਼ਨ ਦੀ ਜਿਹੜੀ GDP ਹੈਗੀ ਆ ਪਰ ਕੈਪੀਟਾ ਇਨਕਮ ਕੰਟਰੀ ਦੇ ਵਿੱਚ ਘਟ ਜਾਏਗੀ। ਲੋ ਪ੍ਰੋਡਕਟਿਵਿਟੀ ਦੇ ਨਾਲ GDP ਪਰ ਕੈਪੀਟਾ ਘਟ ਜਾਏਗੀ। KYC बेटे ये भी वही चैप्टर ਦੇ ਵਿੱਚੋਂ ਹੈਗਾ ਪ੍ਰੋਡਕਟਿਵਿਟੀ ਤੇ KYC ਜਿਹੜਾ ਹੈਗਾ नो यूर कस्टमर। बैंक ਦੇ ਵਿੱਚ ਜਿਹੜੇ ਆਪਾਂ ਅਕਾਊਂਟ ਖੁਲਵਾਉਣ ਜਾਂਦੇ ਆ ਤੇ ਉੱਥੇ ਇੱਕ ਫਾਰਮ ਤੁਹਾਨੂੰ ਫਿਲ ਕਰਨ ਨੂੰ ਦਿੰਦੇ ਨੇ KYC, ਉਹਨੂੰ ਕਹਿੰਦੇ नो माई यूर कस्टमर, ਆਪਣੇ ਕਸਟਮਰ ਨੂੰ ਜਾਣਨਾ। ਉਹਦੇ ਵਿੱਚ ਕੁਝ ਤੁਹਾਡੇ ਕੋਲ ਆਇਡੈਂਟੀਫਿਕੇਸ਼ਨ ਲੈਂਦੇ ਨੇ, ਉਹ ਕੀ ਹੁੰਦੀਆਂ ਨੇ, ਇਹ ਕਹਿੰਦਾ ਵਿਚ ਆਫ ਨੋਟ ਇਜ਼ ਅਸੈਪਟੇਬਲ, ਕਿਹੜੀ ਆਇਡੈਂਟੀਫਿਕੇਸ਼ਨ ਆਪਾਂ ਅਸੈਪਟ ਨਹੀਂ ਕਰਦੇ। ਇਨਕਮ ਸਰਟੀਫਿਕੇਟ ਤੋਂ ਕੋਈ ਲੈਣਾ ਦੇਣਾ ਨਹੀਂ, ਗਰੀਬ ਵੀ ਅਕਾਊਂਟ ਖੁਲਵਾ ਸਕਦਾ, ਗਰੀਬ ਵੀ ਇਸ ਕਰਕੇ ਬੈਂਕ 'ਚ ਅਕਾਊਂਟ ਖੁਲਵਾਉਣ ਜਾਂਦੇ ਤਾਂ ਇਨਕਮ ਨਹੀਂ ਪੁੱਛੀ ਜਾਂਦੀ ਤੁਹਾਡੇ ਕੋਲ। ਸੋ ਰਾਸ਼ਨ ਕਾਰਡ, ਰੈਜ਼ੀਡੈਂਸ਼ੀਅਲ ਸਰਟੀਫਿਕੇਟ, ਵੋਟਰ ਕਾਰਡ ਸਾਰੇ ਲੱਗਦੇ ਨੇ, ਉਹਦੇ ਵਿੱਚ ਤੁਹਾਡਾ KYC ਜਿਹੜਾ ਹੈਗਾ ਆ ਉਹਦੇ ਵਿੱਚ ਇਨਕਮ ਸਰਟੀਫਿਕੇਟ ਜਿਹੜਾ ਆ ਤੁਹਾਡਾ ਉਹ ਕੰਸੀਡਰੇਬਲ ਨਹੀਂ ਹੈ। ਇਹਦੀ ਆਪਸ਼ਨ ਜਿਹੜੀ ਸੀ ਦੈਟ ਇਜ਼ ਇਨਕਮ ਸਰਟੀਫਿਕੇਟ। ਇਹਦੇ ਚ ਪੁੱਛਦੇ ਪਏ ਵੀ ਪ੍ਰੋਡਕਟਿਵਿਟੀ ਵਧਣ ਦੇ ਨਾਲ ਕਿਸ ਤਰੀਕੇ ਦੇ ਨਾਲ ਰॉ ਮਟੀਰੀਅਲ ਪ੍ਰੋਡਕਟਿਵਿਟੀ, ਮੈਂ ਐਗਜ਼ਾਮਪਲਸ ਦੇ ਵਿੱਚ ਡਿਸਕਸ ਕੀਤਾ ਸੀਗਾ ਉਦੋਂ ਵੀ। ਜੇ ਆਪਾਂ ਇਹ ਸਾਰੀਆਂ ਚੀਜ਼ਾਂ ਰੀਯੂਜ਼ ਆਫ ਮਟੀਰੀਅਲ, ਪ੍ਰੋਪਰ ਡਿਜ਼ਾਈਨ, ਸਕ੍ਰੈਪ ਕੰਟਰੋਲ, ਇਹ ਜੇ ਸਾਰੀਆਂ ਚੀਜ਼ਾਂ ਨੂੰ ਮੈਂ ਕੰਟਰੋਲ ਕਰਦਾ ਤਾਂ ਮੇਰਾ ਜਿਹੜਾ ਆਲ ਆਫ ਅਬਵ ਆਨਸਰ ਆ ਜਾਏਗਾ। ਐਕਸਪੈਂਸ਼ਨ ਆਫ SMS ਬੱਚਿਆਂ ਨੂੰ ਨਾਰਮਲੀ ਪਤਾ ਹੁੰਦਾ, ਸ਼ਾਰਟ ਮੈਸੇਜ ਸਰਵਿਸਿਜ਼। SWOT ਐਨਾਲਿਸਿਸ ਫਿਰ ਉਹਨੇ ਪੁੱਛ ਲਿਆ ਵੀ ਹੈਲਪਫੁਲ ਕਿਹੜਾ ਹੈਗਾ, ਦੈਟ ਇਜ਼ स्ट्रेंथ एंड अपॉर्चुनिटीज ਜਿਹੜਾ ਹੈਗਾ ਸਟਰੋਂਗ ਹੈਗਾ, ਸਟਰੈਂਥ ਹੋਣਗੀਆਂ ਕੰਪਨੀ ਕੋਲ ਔਰ अपॉर्चुनिटी ਬਾਹਰੋਂ ਮਿਲਦੀਆਂ ਨੇ ਜਿਹੜੀਆਂ ਇਹ ਸਟਰੋਂਗ ਹੈਗਾ ਤਾਂ SWOT ਐਨਾਲਿਸਿਸ ਦਾ ਇਹ ਪੇਅਰ ਜਿਹੜਾ ਹੈ ਸਟਰੈਂਥ ਐਂਡ अपॉर्चुनिटीज ਉਹ ਹੈਲਪਫੁਲ ਹੋ ਗਿਆ। ਇਹਦੇ ਵਿੱਚੋਂ ਪੇਡ ਜੀ ਸਰ, ਸੋ ਐਡਵਰਟਾਈਜ਼ਮੈਂਟ ਜਿਹੜਾ ਆ ਉਹ ਪੇਡ ਮੈਂਸ਼ਨ ਹੋ ਗਿਆ। ਜਲਦੀ ਮੈਂ ਥੋੜਾ ਜਿਹਾ ਰਸ਼ ਅਪ ਕਰਾਂਗਾ। ਇਹਦੇ ਵਿੱਚ ਇਹਦਾ ਆਨਸਰ ਜਿਹੜਾ ਸੀਗਾ ਕਿ ਕਿਹੜਾ ਰੀਅਲ ਵੇਜ ਹੈਗਾ, ਲੇਬਰ ਮਾਰਕੀਟ ਦਾ ਆਨਸਰ ਸੀਗਾ। प्योर रिस्क भी ਜਿਹੜਾ ਸੀਗਾ ਪ੍ਰੋਡਕਟਿਵਿਟੀ ਦੇ ਵਿੱਚ ਇੱਕ ਬੈਂਕਿੰਗ ਸੈਕਟਰ ਦੇ ਵਿੱਚ ਪਿਓਰ ਰਿਸਕ ਆਉਂਦਾ ਹੈ। ਇੰਸ਼ੋਰੈਂਸ ਕੰਪਨੀਆਂ ਦੇ ਨਾਲ ਰਿਲੇਟਡ ਹੈਗਾ, ਜਦੋਂ ਆਪਾਂ ਇੰਸ਼ੋਰੈਂਸ ਕਰਾਉਂਦੇ ਆ ਉਹਦੇ ਵਿੱਚ ਪਰਸਨਲ ਰਿਸਕ ਕਵਰ ਹੋ ਜਾਂਦਾ ਹੈ, ਲਾਇਬਿਲਿਟੀ ਸਾਡੇ ਤੇ ਲਾਇਬਿਲਿਟੀ ਕੀ ਉਹ ਰਿਸਕ ਕਵਰ ਹੋ ਜਾਏਗਾ, ਪ੍ਰੋਪਰਟੀ ਇਹਦੇ ਚ ਟੈਕਨੋਲੋਜੀ ਰਿਸਕ ਦਾ ਕੋਈ ਲੈਣਾ ਦੇਣਾ ਨਹੀਂ। ਇਹਦੀ ਆਫਿਸ ਜਿਹੜੀ ਨੋਟ ਕਰਕੇ ਉਹਨੇ ਪੁੱਛਿਆ ਸੀ, ਇਸ ਕਰਕੇ ਟੈਕਨੋਲੋਜੀ ਰਿਸਕ ਜਿਹੜਾ ਹੈਗਾ ਆ ਉਹ ਅਸੀਂ ਇਹਦੀ ਆਪਸ਼ਨ ਚੂਜ਼ ਕਰਨੀ ਸੀਗੀ। ਆ ਇੱਕ ਚੈਨਲ ਹੈਗਾ ਮਾਰਕੀਟਿੰਗ ਦਾ, ਇਹ ਚੈਨਲ ਜਿਹੜਾ ਹੈਗਾ ਆ ਇਹ ਪਹਿਲੇ ਚੈਪਟਰ ਦੇ ਵਿੱਚ ਸੀਗਾ।
ਇਹਦੇ ਵਿੱਚ ਪਹਿਲਾਂ ਮੈਨੂਫੈਕਚਰਰ ਸਮਾਨ ਬਣਾਏਗਾ, ਫਿਰ ਦੁਕਾਨਦਾਰ ਨੂੰ ਦੇਗਾ, ਫਿਰ ਕਸਟਮਰ ਕੋਲ ਜਾਏਗਾ। ਆਹ ਵਾਲਾ ਚੈਨਲ ਚੌਥੇ ਨੰਬਰ ਵਾਲਾ ਆਪਾਂ ਸਿਲੈਕਟ ਕਰਨਾ ਸੀ। ਆਹ ਸਾਰੇ ਚੈਨਲ ਜਿਹੜੇ ਉਹ ਗਲਤ ਹੈਗੇ ਆ। ਇਹ ਮੈਂ ਤੁਹਾਡੇ ਨਾਲ ਇੱਕ ਪ੍ਰੋਡਕਟ ਲਾਈਫ ਸਾਈਕਲ ਡਿਸਕਸ ਕਰਾਂਗਾ ਜਲਦੀ ਬਹੁਤ, ਕਿਉਂਕਿ ਇਹ ਪ੍ਰੋਡਕਟ ਲਾਈਫ ਸਾਈਕਲ ਇੱਕ ਮਾਰਕੀਟਿੰਗ ਸਟ੍ਰੈਟਜੀ ਹੈਗੀ ਹੈ। ਦੋ ਚੀਜ਼ਾਂ ਮੈਂ ਤੁਹਾਡੇ ਨਾਲ ਡਿਸਕਸ